ਨਾਹੰ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਬਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ। ਤਿਨਾ ਕੈ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ। ਤਿਨਾ ਕੈ ਹਉ ਸਦ ਕੁਰਬਾਨੈ ਜਾਉ। ਜਿਨਾ ਨ ਵਿਸਰੈ ਨਾਮ, ਸੇ ਕਿਨੇਹਿਆ। ਭੇਦ ਨ ਜਾਣਹੁ ਮੂਲ, ਸਾਈ ਜੇਹਿਆ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾ ਦਿਨ ਰਾਤ, ਨਾਨਕ ਚਾਹੋ ਇਹੋ। ਬਾਣੀ ਬਿਰਲਾ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਕਰ ਵਾਸਾ ਹੋਏ। ਸਤਨਾਮ। ਵਾਹਿਗੁਰੂ ਸਾਹਿਬ ਜੀ, ਸੁਣਿਐ ਸਾਰਾ ਗੁਣਾਂ ਕੇ ਗਾਹਾ। ਸੁਣਿਐ ਸ਼ੇਖ ਪੀਰ ਪਾਤਸ਼ਾਹ, ਸੁਣਿਐ ਸਾਰਾ ਗੁਣਾਂ ਕੇ ਗਾਹਾ। ਸੁਣਿਐ ਸ਼ੇਖ ਪੀਰ ਪਾਤਸ਼ਾਹ, ਸੁਣਿਐ ਅੰਧੇ ਪਾਵੈ ਰਾਹ। ਸੁਣਿਐ ਹਾਥ ਹੋਵੈ ਅਸਗਾਹ, ਨਾਨਕ ਭਗਤਾ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ, ਨਾਨਕ ਭਗਤਾ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਆਪਾਂ ਸਾਰੇ ਹੀ ਜਿਨ੍ਹਾਂ ਨੂੰ ਰੋਜ਼ ਵਾਂਗ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦਾ ਸਦਕਾ ਸਤਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਆਪ ਜੀ ਇਸ਼ਨਾਨ ਪਾਣੀ ਕਰਕੇ ਦੂਰੋਂ ਨੇੜਿਓਂ ਚੱਲ ਕੇ ਬੜੀ ਸ਼ਰਧਾ ਭਾਵਨਾ ਚਾਉ ਨਾਲ ਦਸਮੇਸ਼ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਾਵਨ ਅਸਥਾਨ ਮੁਬਾਰਕ ਚਰਨ ਛੋਹ ਪ੍ਰਾਪਤ ਧਰਤੀ
ਖਾਲਸਾ ਪੰਥ ਜੀ ਦੇ ਚੌਥੇ ਮਹਾਨ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਵਿਖੇ ਤਖਤ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਗੁਰਤਾ ਗੱਦੀ ਤੇ ਸੁਭਾਏਮਾਨ ਧੰਨ ਗੁਰੂ ਗਰੀਬ ਨਿਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠ ਕਰਕੇ ਸਨਮਾਨਯੋਗ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਰੱਬੀ ਬਾਣੀ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੇ ਲਾਹੇ ਪ੍ਰਾਪਤ ਕਰ ਰਹੇ ਸੀ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ ਜੀ ਦੇ ਮਹਾਂਵਾਕ ਅਨੁਸਾਰ ਕੀਰਤਨ ਭਗਤੀ ਦਾ ਆਨੰਦ ਮਾਣਿਆ। ਉਪਰੰਤ ਧੰਨ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਰਸਨਾ ਚੋਂ ਬਖਸ਼ਿਸ਼ ਕੀਤੀ ਹੋਈ ਪਾਵਨ ਬਾਣੀ ਜਪਜੀ ਸਾਹਿਬ ਜੀ ਦੀਆਂ ਜੋ ਪੌੜੀਆਂ ਦੀ ਵਿਆਖਿਆ ਚੱਲ ਰਹੀ ਹੈ, ਜਪਜੀ ਸਾਹਿਬ ਜੀ ਦੀ ਵਿਚਾਰ ਆਪਾਂ ਸਾਂਝੇ ਕਰਦੇ ਆ ਰਹੇ ਹਾਂ। ਉਸ ਲੜੀ ਤਹਿਤ ਆਪ ਜੀ ਨੇ 11 ਨੰਬਰ ਪੌੜੀ ਦਾ ਮੂਲ ਪਾਠ ਸਰਵਣ ਕੀਤਾ ਹੈ। ਆਓ ਸੀਮਤ ਸਮੇਂ ਦੇ ਅੰਦਰ ਸਤਿਗੁਰੂ ਜੀ ਦੀ ਇਸ ਪਾਵਨ ਪਵਿੱਤਰ ਪੌੜੀ ਦੀ ਵਿਚਾਰ ਦੇ ਨਾਲ ਜੁੜੀਏ। ਸਤਿਗੁਰੂ ਜੀ ਕੀ ਕਿਰਪਾ ਕਰ ਰਹੇ ਨੇ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਆਓ ਇੱਕ ਵਾਰ ਸਾਰੀ ਸੰਗਤ ਰਸਨਾ ਦੀ ਪਵਿੱਤਰਤਾ ਮਨ ਦੀ ਇਕਾਗਰਤਾ ਵਾਸਤੇ ਆਪੋ ਆਪਣੀਆਂ ਹਾਜ਼ਰੀਆਂ ਲਗਵਾਓ। ਅਦਬ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਣਿਐ ਸਾਰਾ ਗੁਣਾ ਕੇ ਗਾਹਾ, ਸੁਣਿਐ ਸ਼ੇਖ ਪੀਰ ਪਾਤਸ਼ਾਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੁਣਿਆ ਦੇ ਸੰਬੰਧ ਵਿੱਚ ਜਿਹੜੀਆਂ ਉਹਨਾਂ ਨੇ 4 ਪੌੜੀਆਂ ਬਖਸ਼ਿਸ਼ ਕੀਤੀਆਂ ਨੇ ਔਰ ਉਹਨਾਂ ਚੋਂ ਇਹ ਲਾਸਟ ਪੌੜੀ ਹੈ, ਚੌਥੀ ਪੌੜੀ ਹੈ ਸੁਣਿਆ ਦੇ ਸੰਬੰਧ ਵਿੱਚ। ਦੇਖੋ ਗੁਰੂ ਸਾਹਿਬ ਨੇ ਕਿੰਨਾ ਜ਼ੋਰ ਦਿੱਤਾ ਇਸ ਗੱਲ ਦੇ ਉੱਪਰ। ਆਮ ਤੌਰ ਤੇ 3 ਵਾਰੀ ਜ਼ੋਰ ਦਿੱਤਾ ਜਾਂਦਾ ਕਿਸੇ ਗੱਲ ਤੇ, ਪਰ ਇੱਥੇ ਤੇ ਸਤਿਗੁਰੂ ਸਾਹਿਬ ਨੇ ਲੋੜ ਮਹਿਸੂਸ ਕੀਤੀ ਹੈ ਤੇ ਉਸ ਤੋਂ ਵੀ ਇੱਕ ਵੱਧ ਕੇ ਜਿਹੜਾ ਸੀ ਜ਼ੋਰ ਦਿੱਤਾ। 4 ਵਾਰ ਮਹਾਰਾਜ ਨੇ ਸੁਣਿਆ ਦੇ ਸੰਬੰਧ ਵਿੱਚ ਜਿਹੜਾ ਸੀ ਇਹ ਸਾਨੂੰ ਬਖਸ਼ਿਸ਼ ਕੀਤੀ ਹੈ। ਭਾਈ ਸੁਣਨ ਦਾ ਮਹਾਤਮ ਕਿਤਨਾ ਹੈ, ਸੁਣਨ ਦਾ ਕਿਤਨਾ ਵੱਡਾ ਮਹਾਤਮ ਹੈ। ਜੇ ਕਿਸੇ ਮਨੁੱਖ ਦੀ ਸਮਝ ਵਿੱਚ ਆ ਜਾਏ ਤਾਂ, ਨਹੀਂ ਤਾਂ ਮਨੁੱਖ ਸ਼ਾਇਦ ਸੁਣਦਾ ਵੀ ਰਹਿੰਦਾ ਹੈ ਪਰ ਔਰ ਉਹਦੀ ਖੇਡ ਨਹੀਂ ਵਾਪਰਦੀ। ਹੁਣ ਬਿਲਕੁਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿਵੇਂ ਪਹਿਲੀਆਂ ਪੌੜੀਆਂ ਦੇ ਅੰਦਰ ਜ਼ਿਕਰ ਕੀਤਾ ਹੈ, ਇੱਥੇ ਕਹਿੰਦੇ ਸੁਣਨ ਦੇ ਨਾਲ ਪਰਮੇਸ਼ਰ ਦਾ ਨਾਮ ਗੁਰੂ ਦਾ ਸ਼ਬਦ ਉਹ ਸੁਣਨ ਦੇ ਨਾਲ ਕੀ ਬਣ ਜਾਂਦਾ ਹੈ, ਸਾਰਾ ਗੁਣਾ ਕੇ ਗਾਹਾ। ਮਨੁੱਖ ਉਹਦੇ ਵਿੱਚ 1-2 ਗੁਣ ਨਹੀਂ ਆਉਂਦੇ, 5 7 10 20 50 ਗੁਣਾਂ ਦੀ ਗੱਲ ਨਹੀਂ ਹੈ। ਪਰਮੇਸ਼ਰ ਦਾ ਨਾਮ ਸੁਣਨ ਦੇ ਨਾਲ ਤਕਰੀਬਨ ਆਵਾਜ਼ ਕਹਿੰਦੇ ਉਹ ਤਾਂ ਗੁਣਾਂ ਦਾ ਆਪ ਸਮੁੰਦਰ ਬਣ ਜਾਂਦਾ ਹੈ। ਸਾਰਾ ਦਾ ਅਰਥ ਹੈ ਸਮੁੰਦਰ ਤੋਂ ਭਾਵ ਹੈ ਗੁਣਾਂ ਦਾ ਸਮੁੰਦਰ ਬਣ ਜਾਂਦਾ ਹੈ ਤੇ ਉਹਦੇ ਵਿੱਚ ਸਾਰੇ ਗੁਣ ਹੀ ਗੁਣ ਆ ਜਾਂਦੇ ਨੇ। ਉਹਦੇ 'ਚ ਕੋਈ ਐਸਾ ਗੁਣ ਨਹੀਂ ਹੁੰਦਾ ਵੀ ਜਿਹੜਾ ਨਾ ਹੋਵੇ। ਇਉਂ ਕਹਿ ਲਓ ਜਿਵੇਂ ਸਾਰੇ ਗੁਣ ਪਰਮੇਸ਼ਰ ਦੇ ਅੰਦਰ ਨੇ। ਬਾਣੀ ਦੇ ਵਿੱਚ ਤੁਸੀਂ ਸੈਂਕੜੇ ਵਾਰ ਪੜ੍ਹਦੇ ਹੋ, ਸਾਰੇ ਗੁਣ ਪਰਮਾਤਮਾ ਦੇ ਨੇ, ਸਾਰੇ ਗੁਣ ਪਰਮੇਸ਼ਰ ਦੇ ਪਾਸ ਨੇ। ਜਿੰਨੇ ਕਿ ਵੀ ਮਨੁੱਖ ਨੂੰ ਗੁਣ ਮਿਲਦੇ ਨੇ ਪਰਮਾਤਮਾ ਦੀ ਕਿਰਪਾ ਨਾਲ ਮਿਲਦੇ ਨੇ। ਪਰਮਾਤਮਾ ਕਿਸੇ ਨੂੰ 2 ਗੁਣ ਦੇ ਦਿੰਦਾ, ਕਿਸੇ ਨੂੰ 4 ਗੁਣ ਦੇ ਦਿੰਦਾ, ਕਿਸੇ ਨੂੰ 10 20 50 100 ਗੁਣ ਦੇ ਦਿੰਦਾ। ਉਹਦੀ ਮਰਜ਼ੀ ਹੈ ਕਿਸੇ ਨੂੰ ਕਿੰਨੇ ਗੁਣ ਦੇ ਦੇ। ਪਰ ਜਦੋਂ ਕੋਈ ਪਰਮੇਸ਼ਰ ਦੇ ਨਾਮ ਵਾਲੇ ਪਾਸੇ ਸਮਰਪਿਤ ਹੋ ਜਾਏ, ਸੁਣਨ ਲੱਗ ਜਾਏ ਔਰ ਸਤਿਗੁਰੂ ਕਹਿੰਦੇ ਉਹ ਗੁਣਾਂ ਦਾ ਆਪ ਸਮੁੰਦਰ ਬਣ ਜਾਂਦਾ ਹੈ। ਵੈਸੇ ਆਪਾਂ ਬਾਣੀ ਚੋਂ ਪੜ੍ਹਦੇ ਹਾਂ ਨਾ, ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਮੇਰਾ ਆਪਣਾ ਕੋਈ ਗੁਣ ਨਹੀਂ ਹੈ ਪ੍ਰਭੂ ਜੀ, ਸਭ ਗੁਣ ਤੇਰੇ ਨੇ, ਤੇਰੇ ਦਿੱਤੇ ਹੋਏ ਨੇ। ਬਿਨ ਗੁਣ ਕੀਤੇ ਭਗਤ ਨਾ ਹੋਏ, ਆਪਾਂ ਪੜ੍ਹਦੇ ਹਾਂ। ਫਿਰ ਇਸ ਤਰ੍ਹਾਂ ਦੇ ਬਚਨ ਵੀ ਸਤਿਗੁਰੂ ਬਾਣੀ 'ਚ ਕਹਿੰਦੇ ਨੇ, ਤੇਰੇ ਕਾਵਨ ਕਾਵਨ ਗੁਣ ਕਹਿ ਕਹਿ ਗਾਵਾਂ। ਤੇਰੇ ਕਿਹੜੇ ਕਿਹੜੇ ਗੁਣਾਂ ਦੀ ਸਿਫਤ ਕਰਾਂ, ਕਿਹੜੇ ਕਿਹੜੇ ਗੁਣਾਂ ਨੂੰ ਗਾਵਾਂ, ਕਿਹੜੇ ਕਿਹੜੇ ਗੁਣਾਂ ਦੀ ਵਿਚਾਰ ਕਰਾਂ। ਤੂੰ ਤੇਰੇ ਕਾਵਨ ਕਾਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੂੰ ਤੇ ਮਾਲਕ ਹੈ, ਗੁਣਾਂ ਦਾ ਘਰ ਹੈ, ਗੁਣਾਂ ਦਾ ਮੁਜੱਸਮ ਹੈ, ਗੁਣਾਂ ਦਾ ਸਾਗਰ ਹੈ, ਸਮੁੰਦਰ ਹੈ। ਤੁਮਰੀ ਮਹਿਮਾ ਵਰਨ ਨਾ ਸਾਕਾਂ। ਪ੍ਰਭੂ ਜੀ ਤੁਹਾਡੀ ਮਹਿਮਾ ਮੈਂ ਬਿਆਨ ਨਹੀਂ ਕਰ ਸਕਦਾ,
ਤੁਹਾਡਾ ਇੱਕ ਗੁਣ ਹੋਵੇ ਤੇ ਮੈਂ ਬਿਆਨ ਕਰ ਦਿਆਂ, ਪਰ ਤੁਹਾਡੇ ਤੇ ਗੁਣ ਹੀ ਗੁਣ ਨੇ, ਗੁਣ ਹੀ ਗੁਣ ਨੇ, ਨੱਕੋ ਨੱਕ ਭਰੇ ਪਏ ਹੋ। इस करके तुमरी महिमा बरन न साको, तू ठाकुर ऊच भगवान। बस मैं ते इन्ना कह देना भी तू सबना दा मालिक है, तू सबना तो उच्चा है, तू सबना दा भगवान है। मैं किहड़े गुण दी सिफत करा। आपां किसे बंदे दे विच 2 गुण 4 गुण वेख लईए उहदी वडियाई करदे आ, किसी संस्था दे विच वेख लीए, किसी दरख्त विच वेख लीए, किसी पशु पंछी विच वेख लीए, गुण है। परमात्मा ने किसी नूं गुण थोड़े देते, किसी नूं गुण बहुते देते। ये चलो खेड ऐसी वापरदी है, पर आपां 5 7 10 20 50 गुण वाले बंदियां दी गल कर लैने आ। पर महाराज सच्चे पातशाह कहंदे ने परमेश्वर दे विच गुण ही गुण ने, और गुणां दा अंत कोई नहीं है, गुणां दी गिणती भी कोई नहीं है। सो इस करके जिहड़ा है महाराज इत्थे कह रहे ने, जिहड़ा मनुख परमेश्वर दे नाम नूं सुणन लग जांदा है, परमात्मा दीयां विचारां नूं सुणन लग जांदा है, गुरु दे उपदेश नूं सुणन लग जांदा है, सुण सुण के फिर अंदर लै जांदा, कल्ला कन्नां तक नहीं है। जिहड़ा साडा सुणना ना वो कन्नां तक सीमित ना होवे, माफी देनी। सुणन दा ढंग जिहड़ा है साधनों कंन ही ने, पर ਕੰਨਾਂ ਦੇ ਨਾਲ ਸੁਣਿਆ ਹੋਇਆ ਅੰਦਰ ਵੀ ਲੈ ਕੇ ਜਾਣਾ ਹੈ, ਹਿਰਦੇ ਤੱਕ ਉਹਨੂੰ ਪਹੁੰਚਾਉਣਾ ਹੈ। ਕਈ ਵਾਰੀ ਆਪਾਂ ਬੈਠੇ ਵੀ ਹੁੰਨੇ ਆ, ਪਰ ਕੰਨਾਂ ਨਾਲ ਸੁਣੀ ਵੀ ਜਾਂਦਾ ਹੁੰਦਾ ਹੈ, ਪਰ ਧਿਆਨ ਕਿਤੇ ਹੋਰ ਹੁੰਦਾ। ਬਿਲਕੁਲ ਧਿਆਨ ਔਰ ਸੁਣਨਾ ਇਕੱਠਾ ਹੋ ਜਾਏ ਕਿਤੇ, ਜਿਹੜਾ ਆਪਾਂ ਸੁਣ ਰਹੇ ਆ ਧਿਆਨ ਨਾਲ ਸੁਣ ਰਹੇ ਆ। ਇਸੇ ਕਰਕੇ ਤੇ ਬਹੁਤ ਵਾਰ ਕਿਹਾ ਜਾਂਦਾ, ਭਾਈ ਧਿਆਨ ਨਾਲ ਮੇਰੀ ਗੱਲ ਸੁਣਿਓ, ਧਿਆਨ ਨਾਲ ਤੂੰ ਮੇਰੀ ਗੱਲ ਸੁਣ। ਉਹਦਾ ਮਤਲਬ ਇਹ ਹੁੰਦਾ ਵੀ ਕਹਿਣ ਦੀ ਕੀ ਲੋੜ ਹੈ ਜੀ, ਮੇਰੇ ਕੰਨਾਂ ਤੋਂ ਆਟੋਮੈਟਿਕ ਸੁਣ ਰਿਹਾ, ਇਹਨੂੰ ਕਿਹੜਾ ਕੋਈ ਔਨ ਕਰਨਾ ਪੈਂਦਾ, ਇਹਦਾ ਕਿਹੜਾ ਕੋਈ ਬਟਨ ਦੱਬਣਾ ਪੈਂਦਾ, ਇਹ ਤਾਂ ਸੁਣ ਰਿਹਾ ਹੈ, ਸਦਾ ਹੀ ਸੁਣ ਰਿਹਾ। ਪਰ ਧਿਆਨ ਨਾਲ ਦਾ ਮਤਲਬ ਇਹ ਹੁੰਦਾ ਹੈ ਵੀ ਜਿਹੜੀ ਗੱਲ ਮੈਂ ਕਹਿ ਰਿਹਾ ਇਹ ਤੇਰੇ ਚੇਤੇ 'ਚ ਰਹਿਣੀ ਚਾਹੀਦੀ ਹੈ, ਇਹ ਗੱਲ ਤੇਰੀ ਸਮਝ ਵਿੱਚ ਆਉਣੀ ਚਾਹੀਦੀ ਹੈ, ਤੇਰੇ ਅੰਦਰ ਤੱਕ। ਇਸ ਕਰਕੇ ਬਿਲਕੁਲ ਜਿਵੇਂ ਅੱਖਾਂ ਦਾ ਤੇ ਦਿਮਾਗ ਦਾ ਆਪਣਾ ਸੰਪਰਕ ਹੈ, ਕੰਨਾਂ ਦਾ ਤੇ ਦਿਮਾਗ ਦਾ ਆਪਣਾ ਸੰਪਰਕ ਹੈ, ਮਨ ਦਾ ਆਪਣਾ ਸੰਪਰਕ ਹੈ, ਇਹਨਾਂ ਦੀ ਆਪਣੀ ਅਟੈਚਮੈਂਟ ਹੈ। ਨਹੀਂ ਕਈ ਵਾਰੀ ਕੀ ਹੁੰਦਾ, ਅੱਖਾਂ ਆਪਣੀਆਂ ਖੁੱਲੀਆਂ ਹੁੰਦੀਆਂ ਨੇ, ਆਪਾਂ ਤੁਰੇ ਜਾ ਰਹੇ ਹੁੰਨੇ ਆਪਣੇ ਘਰ ਮਕਾਨ ਨੂੰ ਜਾਂ ਦੁਕਾਨ ਤੇ ਕਿਤੇ, ਤੇ ਉਹ ਧਿਆਨ ਕਿਤੇ ਹੋਰ ਹੁੰਦਾ, ਸੁਰਤੀ ਕਿਤੇ ਹੋਰ ਹੁੰਦੀ ਹੈ, ਦੁਕਾਨ ਦੇ ਮੂਹਰੋਂ ਦੀ ਲੰਘ ਜਾਈਦਾ, ਅੱਗੇ ਜਾ ਕੇ ਉਹ ਮੈਂ ਤਾਂ ਗਾਹੀਂ ਲੰਘਿਆ ਆ। ਹਾਲਾਂਕਿ ਦਿਸਦਾ ਹੈ ਪਰ ਧਿਆਨ ਦਾ ਖੰਡਾਓ ਹੈ। ਫਿਰ ਵਾਪਸ ਮੁੜਦਾ ਕਹਿੰਦਾ ਉਹ ਮੈਂ ਤਾਂ ਦੁਕਾਨ ਤੇ ਜਾਣਾ ਸੀ, ਮੈਂ ਕਿਤੇ ਹੋਰ ਹੀ ਲੰਘ ਗਿਆ। ਐਸੇ ਤਰ੍ਹਾਂ ਕਈ ਵਾਰੀ ਆਪਾਂ ਘਰਾਂ ਚੋਂ ਬਾਹਰ ਨਿਕਲਦੇ ਆ ਜਾਂ ਘਰਾਂ ਨੂੰ ਜਾਂਦੇ ਆ, ਧਿਆਨ ਕਿਤੇ ਹੋਰ ਹੋਣ ਕਰਕੇ ਉਹ ਜਿਹੜੀ ਹੈ ਬੇਧਿਆਨੀ ਕਰਕੇ ਜਾਣੀ ਕਿ ਸਭ ਕੁਝ ਦਿਸਣ ਦੇ ਬਾਵਜੂਦ ਵੀ ਕਿਸੇ ਅਸੀਂ ਹੋਰੇ ਕੋਲੇ ਪਹੁੰਚ ਜਾਂਦੇ ਆ। ਇਸੇ ਤਰ੍ਹਾਂ ਸੁਣਨ ਦਾ ਹੈ, ਸੁਣਨਾ ਜਿਹੜਾ ਹੈਗਾ ਪੂਰੀ ਇਕਾਗਰਤਾ ਨਾਲ। ਸ਼ਾਇਦ ਸਤਿਗੁਰੂ ਨੂੰ ਨਹੀਂ ਤੇ ਨਾ ਕਹਿਣਾ ਪੈਂਦਾ ਸਾਵਧਾਨ ਏਕਾਗਰ ਚੀਤ, ਜਿਹੜੇ ਬਚਨ ਕੀਤੇ ਨੇ। ਹੁਣ ਜਦੋਂ ਧਿਆਨ ਨਾਲ ਸੁਣਿਆ ਤੇ ਮਹਾਰਾਜ ਕੀ ਕਹਿੰਦੇ ਨੇ ਮਨੁੱਖ ਗੁਣਾਂ ਦਾ ਘਰ ਹੋ ਜਾਂਦਾ। 1-2 ਗੁਣ ਨਹੀਂ, ਜਿਹਦੇ ਵਿੱਚ ਕੁਝ ਵੀ ਗੁਣ ਨਹੀਂ ਹੋਣ ਔਰ ਔਗੁਣਾਂ ਨਾਲ ਭਰਿਆ ਹੋਵੇ। ਪਰਮੇਸ਼ਰ ਦਾ ਨਾਮ ਸੁਣਨ ਨਾਲ, ਗੁਰੂ ਦਾ ਉਪਦੇਸ਼ ਸੁਣਨ ਦੇ ਨਾਲ ਉਹਦੇ ਅੰਦਰ ਗੁਣ ਹੀ ਗੁਣ ਆ ਜਾਂਦੇ ਨੇ। ਕਿਉਂਕਿ ਜਦੋਂ ਆਪਾਂ ਬਾਣੀ ਸੁਣਾਂਗੇ, ਬਾਣੀ ਸਾਰੀ ਗੁਣ ਹੀ ਨੇ ਪਰਮੇਸ਼ਰ ਦੇ, ਹੋਰ ਕੀ ਹੈ। ਪਰਮਾਤਮਾ ਦੀਆਂ ਵਡਿਆਈਆਂ ਹੀ ਨੇ ਇਹਦੇ ਵਿੱਚ, ਸਾਰਾ ਕੁਝ ਸੱਚ ਬੋਲਣਾ, ਹੱਕ ਸੱਚ ਦੀ ਕਮਾਈ ਕਰਨੀ, ਸਭਨਾਂ ਦਾ ਭਲਾ ਮੰਗਣਾ, ਸਭਨਾਂ ਦਾ ਭਲਾ ਲੋਚਣਾ, ਦੂਸਰਿਆਂ ਦੀ ਸਹਾਇਤਾ ਕਰਨੀ, ਔਰ ਇਹ ਸਾਰੇ ਗੁਣ ਨੇ। ਔਗਣ ਕੀ ਨੇ, ਖੋ ਕੇ ਖਾਣਾ, ਦੂਜਿਆਂ ਦੀ ਨਿੰਦਿਆ ਚੁਗਲੀ ਕਰਨੀ। ਤੇ ਬਾਣੀ ਦੇ ਵਿੱਚ ਹਜ਼ਾਰਾਂ ਵਾਰ ਸਾਨੂੰ ਕਿਹਾ ਹੋਇਆ ਵੀ ਦੂਜਿਆਂ ਤੋਂ ਖੋ ਕੇ ਖਾਣਾ ਨਹੀਂ ਹੈ, ਦੂਜਿਆਂ ਨੂੰ ਧੋਖਾ ਦੇਣਾ ਨਹੀਂ ਹੈ, ਦੂਜਿਆਂ ਦੀ ਨਿੰਦਿਆ ਚੁਗਲੀ 'ਚ ਕੁਝ ਨਹੀਂ ਰੱਖਿਆ, ਸਗੋਂ ਤੁਹਾਡਾ ਨੁਕਸਾਨ ਹੈ। ਹੌਲੀ ਹੌਲੀ ਮਨੁੱਖ ਜਿਵੇਂ ਜਿਵੇਂ ਸੁਣਦਾ ਇਹ ਸਾਰੀਆਂ ਚੀਜ਼ਾਂ ਨੂੰ ਛੱਡਦਾ ਜਾਂਦਾ ਹੈ। ਤੇ ਫਿਰ ਜਦੋਂ ਉਹ ਸੁਣਦਾ ਤੇ ਉਹਨਾਂ ਚੀਜ਼ਾਂ ਨੂੰ ਅਡਾਪਟ ਕਰਦਾ ਜਾਂਦਾ, ਧਾਰਨ ਕਰਨਾ ਜਾਂਦਾ, ਤੇ ਨੇਚਰਲੀ ਹੌਲੀ ਹੌਲੀ ਵਿੱਚ ਉਹਦੇ ਤਮਾਮ ਗੁਣ ਪੈਦਾ ਹੋ ਜਾਂਦੇ ਨੇ। ਪਰਮੇਸ਼ਰ ਦੇ ਨਾਮ ਨੂੰ ਸੁਣਿਆ ਔਰ ਮਨੁੱਖ ਗੁਣਵਾਨ ਹੁੰਦਾ, ਗੁਣੀ ਬਣ ਜਾਂਦਾ, ਔਰ ਇਸੇ ਕਰਕੇ ਉਹਨਾਂ ਦਾ ਸਨਮਾਨ ਸਤਿਕਾਰ ਹੁੰਦਾ ਵੀ ਇਹ ਪਰਮੇਸ਼ਰ ਦੇ ਨਾਮ ਨਾਲ ਜੁੜੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਗੁਣਾ ਕੇ ਗਾਹਾ, ਗੁਣਾ ਦੇ ਸਮੁੰਦਰ ਤੋਂ ਭਾਵ ਹੈ। ਦੇਖੋ ਇੱਥੇ ਤੇ ਆਪਾਂ ਕਿੰਨੀ ਵਾਰ ਬੇਨਤੀ ਕਰਦੇ ਆ ਵੀ ਜਿਹੜੇ ਬਿਲਕੁਲ ਆਚਰਣ ਤੌਰ ਤੇ ਡਿੱਗੇ ਹੋਏ ਸੀ ਉਹਨਾਂ ਦੀ ਗੱਲ ਲੈ ਲਓ, ਔਰ ਜਿਹੜੇ ਬਿਲਕੁਲ ਜੀਵਨ ਦੇ ਪੱਖ ਤੋਂ ਨਿੰਘਾਰ ਦੇ ਵਿੱਚ ਜਾ ਚੁੱਕੇ ਸਨ, ਰਸਾਤਲ ਦੀਆਂ ਖੱਡਾਂ ਵਿੱਚ ਜਾ ਚੁੱਕੇ ਸਨ, ਉਹ ਵੀ ਜਦੋਂ ਗੁਰੂ ਮਹਾਰਾਜ ਦਾ ਉਪਦੇਸ਼ ਸੁਣਦੇ ਨੇ ਉਹਨਾਂ ਦੇ ਅੰਦਰ ਵੀ ਜਿਹੜੀ ਉਹ ਗਿਰਾਵਟ ਸੀ ਉਹ ਦੂਰ ਹੋ ਜਾਂਦੀ ਹੈ।
ਉਹਨਾਂ ਦੇ ਅੰਦਰ ਵੀ ਗੁਣ ਆ ਜਾਂਦੇ ਨੇ। ਕਿੰਨੇ ਹੀ ਨਸ਼ਈ ਮਨੁੱਖ ਨਸ਼ਾ ਛੱਡ ਕੇ ਪਰਮੇਸ਼ਰ ਦੇ ਨਾਮ ਵਾਲੇ ਪਾਸੇ ਆ ਜਾਂਦੇ ਨੇ। ਹੇਰਾ ਫੇਰੀਆਂ ਚੋਰੀਆਂ ਕਰਨ ਵਾਲੇ ਲੋਕ ਉਹ ਸਾਰਾ ਕੁਝ ਛੱਡ ਛਡਾ ਕੇ ਚੰਗੇ ਪਾਸੇ ਆ ਜਾਂਦੇ ਨੇ। ਮੈਂ ਕਹਿਣ ਤੋਂ ਭਾਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਣਨ ਦੇ ਨਾਲ ਹੀ ਇਹ ਖੇਡ ਵਾਪਰਨੀ ਹੈ। ਹੋਰ ਦੇਖੋ ਆਪਾਂ ਜਪਜੀ ਸਾਹਿਬ ਦੇ ਵਿੱਚ ਪਿਛਲੀ ਪੌੜੀ ਦੇ ਵਿੱਚ ਇਹ ਪੜ੍ਹ ਆਏ ਆ। 6ਵੀਂ ਪੌੜੀ ਦੇ ਵਿੱਚ ਇਹ ਜ਼ਿਕਰ ਸੀਗਾ ਵੀ ਮੱਤ ਵਿੱਚ ਰਤਨ ਜਵਾਹਰ ਮਾਣਕ। ਜਿਹੜੀ ਮੱਤ ਹੈ ਨਾ ਮਨੁੱਖ ਦੀ, ਇਹਦੇ ਵਿੱਚ ਹੀ ਰਤਨ ਪਏ ਨੇ, ਜਵਾਹਰ ਪਏ ਨੇ, ਹੀਰੇ ਮੋਤੀ ਪਏ ਨੇ, ਪਰ ਦਿਸਦੇ ਕੋਈ ਨਹੀਂ। ਇਹ ਮੱਤ ਜਿਹੜੀ ਹੈ, ਮੱਤ ਵਿੱਚ ਰਤਨ ਜਵਾਹਰ ਮਾਣਕ ਇਸ਼ਾਰਾ ਕੀਤਾ ਹੈ। ਪਰ ਕਦੋਂ? ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਸਿੱਖਿਆ ਸੁਣਨ ਤੋਂ ਭਾਵ ਹੈ ਗੁਰੂ ਤੇ ਸਿੱਖਿਆ ਦੇ ਰਿਹਾ, ਸਾਰੀ ਬਾਣੀ ਸਿੱਖਿਆ ਦੇ ਰਹੀ ਹੈ, ਉਪਦੇਸ਼ ਦੇ ਰਹੀ ਹੈ, ਪਰ ਜੇ ਆਪਾਂ ਸੁਣਨਾ ਹੀ ਨਹੀਂ ਹੈ, ਮੰਨਣਾ ਹੀ ਨਹੀਂ ਹੈ, ਫਿਰ ਫਾਇਦਾ ਕੀ ਹੋਇਆ? ਇਸ ਕਰਕੇ ਸੁਣਨ ਤੇ ਗੱਲ ਖੜੀ ਹੈ। ਜੇ ਸੁਣ ਲਈ ਗੱਲ ਤਾਂ ਮਹਾਰਾਜ ਕਹਿੰਦੇ ਮਨੁੱਖ ਦੀ ਮੱਤ ਵਿੱਚ ਹੀ ਮੱਤ ਇਤਨੀ ਉੱਚੀ ਹੋ ਸਕਦੀ ਹੈ, ਰਤਨ ਹੀਰੇ ਜਵਾਹਰਾਤ ਇਸ ਮੱਤ ਵਿੱਚ ਹੀ ਜਿਹੜੇ ਧਰੇ ਪਏ ਨੇ। ਪਰ ਗੁਰੂ ਦੀ ਸਿੱਖਿਆ ਵਾਲੇ ਪਾਸੇ ਜ਼ਰੂਰ ਇਸ਼ਾਰਾ ਕੀਤਾ। ਜੇ ਨਹੀਂ ਸੁਣਿਆ ਫਿਰ ਜੀਵਨ ਵੀ ਬਰਬਾਦ ਹੈ, ਸਾਰਾ ਕੁਝ ਹੀ ਵਿਅਰਥ ਚਲਾ ਜਾਏਗਾ। ਸਤਿਗੁਰੂ ਅਗਲੀ ਪੰਕਤੀ 'ਚ ਕਹਿਣ ਲੱਗੇ ਸੁਣਿਆ ਹੈ ਸ਼ੇਖ ਪੀਰ ਪਾਤਸ਼ਾਹ। ਇਹ ਬੜੇ ਹੀ ਖਾਸ ਸ਼ਬਦ ਨੇ ਇਹ। ਸ਼ੇਖ ਦਾ ਮਤਲਬ ਆਗੂ ਹੁੰਦਾ ਹੈ, ਮੁਖੀਆ ਹੁੰਦਾ ਹੈ, ਸਰਦਾਰ ਹੁੰਦਾ ਹੈ। ਇੱਕ ਖਾਸ ਤਰ੍ਹਾਂ ਦੀ ਪਦਵੀ ਹੈ। ਮੁਸਲਮਾਨ ਭਰਾਵਾਂ ਦੇ ਵਿੱਚ, ਅਸੀਂ ਇਸਲਾਮ ਜਗਤ ਦੇ ਵਿੱਚ ਇਹ ਸ਼ਬਦ ਦੀ ਵਰਤੋਂ ਆਮ ਹੁੰਦੀ ਹੈ, ਸ਼ੇਖ ਸ਼ਬਦ। ਕਹਿਣ ਲੱਗੇ ਆਗੂ ਬਣ ਜਾਣਾ ਹੈ, ਮੁਖੀ ਬਣ ਜਾਣਾ ਹੈ, ਸਰਦਾਰ ਬਣ ਜਾਣਾ ਹੈ। ਔਰ ਸਰਦਾਰ ਜਿਹੜਾ ਹੁੰਦਾ, ਮੁਖੀ ਹੁੰਦਾ ਹੈ, ਉਹ ਕਿਸੇ ਦੀ ਨਹੀਂ ਸੁਣਦਾ, ਉਹ ਆਪਣੀ ਜ਼ਿਆਦਾਤਰ ਗੱਲ ਕਰਦਾ ਹੈ। ਉਹ ਕਿਉਂਕਿ ਉਹ ਕਹਿੰਦਾ ਵੀ ਮੈਂ ਸਰਮੌਰ ਹਾਂ, ਮੈਂ ਸ੍ਰੇਸ਼ਟ ਹਾਂ। ਇਸੇ ਕਰਕੇ ਜਦੋਂ ਕੋਈ ਪਰਮੇਸ਼ਰ ਦੇ ਨਾਮ ਨੂੰ ਸੁਣ ਲੈਂਦਾ ਹੈ, ਗੁਰੂ ਕੀ ਬਾਣੀ ਨੂੰ ਸੁਣ ਲੈਂਦਾ ਹੈ, ਗੁਰੂ ਕੇ ਉਪਦੇਸ਼ ਨੂੰ ਸੁਣਦਾ ਹੈ, ਆਪਣੇ ਆਪ ਦੇ ਵਿੱਚ ਉਹ ਸ਼ੇਖ ਬਣ ਜਾਂਦਾ ਹੈ। ਉਹਦੇ ਵਿੱਚ ਐਸੀ ਕੁਆਲਿਟੀ ਪੈਦਾ ਹੋ ਜਾਂਦੀ ਹੈ, ਉਹਦੇ ਵਿੱਚ ਇਹੋ ਜੀ ਸ਼ਕਤੀ ਆ ਜਾਂਦੀ ਹੈ, ਉਹ ਆਗੂ ਬਣ ਜਾਂਦਾ, ਸਰਦਾਰ ਬਣ ਜਾਂਦਾ ਹੈ। ਉਹਨੂੰ ਚੰਗੇ ਫੈਸਲੇ ਲੈਣ ਦੀ ਸੋਝੀ ਆ ਜਾਂਦੀ ਹੈ, ਚੰਗੇ ਫੈਸਲੇ ਲੈ ਸਕਦਾ ਹੈ ਆਪਣੇ ਬਾਰੇ, ਆਪਣੇ ਸਮਾਜ ਬਾਰੇ, ਆਪਣੀ ਕੌਮ ਬਾਰੇ, ਆਪਣੇ ਆਲੇ ਦੁਆਲੇ ਬਾਰੇ ਉਹ ਚੰਗਾ ਸੋਚਦਾ ਹੈਗਾ। ਨਹੀਂ ਤਾਂ ਬੰਦੇ ਨੂੰ ਆਪਣੇ ਆਪ ਬਾਰੇ ਵੀ ਨਹੀਂ ਪਤਾ ਲੱਗਦਾ। ਸਾਨੂੰ ਪਤਾ ਹੀ ਨਹੀਂ ਲੱਗਦਾ ਆਪਣੇ ਬਾਰੇ ਅਸੀਂ ਕੀ ਫੈਸਲੇ ਲੈਣੇ ਨੇ। ਅਸੀਂ ਆਪਣੀ ਜ਼ਿੰਦਗੀ ਬਾਰੇ ਡਿਸੀਜਨ ਨਹੀਂ ਲੈ ਸਕਦੇ। ਜੇ ਡਿਸੀਜਨ ਲੈਣਾ ਆਉਣਾ ਹੁੰਦਾ ਤਾਂ ਫਿਰ ਅਸੀਂ ਹੁਣ ਨੂੰ ਤਾਂ ਕਦੋਂ ਦੇ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਕਮਾਇਆ ਹੁੰਦਾ ਬਈ ਸਾਬਤ ਸੂਰਤ ਹੋਣਾ ਹੈ, ਪੰਜ ਕਾਰਾਂ ਦੇ ਧਾਰਨੀ ਹੋਣਾ ਹੈ, ਅੰਮ੍ਰਿਤ ਧਾਰੀ ਹੋਣਾ ਹੈ, ਚੰਗੇ ਕੰਮ ਕਰਨੇ ਨੇ। ਸਾਨੂੰ ਤੇ ਆ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤੇ ਹੋਏ ਨੇ, ਸਿੱਖਿਆਵਾਂ ਦਿੱਤੀਆਂ ਹੋਈਆਂ ਨੇ। ਹਾਲੇ ਅਸੀਂ ਆਪਣੇ ਆਪ ਦੇ ਉੱਪਰ ਜਿਹੜਾ ਸੀ ਕੋਈ ਫੈਸਲਾ ਨਹੀਂ ਲੈ ਰਹੇ। ਜੇ ਕਿਸੇ ਨੂੰ ਆਖੋ ਅਸੀਂ ਇੱਥੇ ਚਲੋ ਜੀ, ਜਦੋਂ ਕਿਰਪਾ ਹੋਊਗੀ, ਜਦੋਂ ਕੋਈ ਸਮਾਂ ਆਏਗਾ, ਸਮਾਂ ਕਿਸੇ ਨੇ ਲੈ ਕੇ ਆਉਣਾ, ਤੁਹਾਡੇ ਹੱਥ ਵਿੱਚ ਹੈ। ਤੁਹਾਨੂੰ ਮਹਾਰਾਜ ਨੇ ਆਪ ਆਖਿਆ ਵੀ ਵਕਤ ਦੀ ਵਿਚਾਰ ਤੁਸੀਂ ਕਰਨੀ ਹੈ, ਫੈਸਲਾ ਤੇ ਤੁਸੀਂ ਕਰਨਾ ਹੈ। ਤੇ ਇਹ ਤੁਸੀਂ ਕਿਹਦੇ ਵੱਲ ਆਸ ਲਾ ਕੇ ਬੈਠੇ ਹੋ? ਚਲੋ ਜੀ ਕਦੇ ਵਕਤ ਆਏਗਾ। ਕਦੋਂ ਵਕਤ ਆਏਗਾ? ਵਕਤ ਤਾਂ ਲੰਘਦਾ ਜਾ ਰਿਹਾ ਹੈ, ਵਕਤ ਨੂੰ ਬੁਲਾਉਣਾ ਨਹੀਂ ਪੈਂਦਾ ਹੈ। ਮਹਾਰਾਜ ਨੇ ਕਿਤੇ ਨਹੀਂ ਆਖਿਆ ਵੀ ਵਕਤ ਦੀ ਉਡੀਕ ਕਰੋ, ਇੱਕ ਥਾਂ ਤੇ ਵੀ ਨਹੀਂ ਆਖਿਆ, ਤੁਸੀਂ ਹੈਰਾਨ ਹੋਵੋਗੇ ਵੀ ਸਿੱਖਾ ਤੂੰ ਟਾਈਮ ਦੀ ਉਡੀਕ ਕਰ। ਇਹ ਜ਼ਰੂਰ ਆਖਿਆ ਵੀ ਟਾਈਮ ਨੂੰ ਖੁੰਝਾ ਨਾ, ਟਾਈਮ ਨੂੰ ਹੱਥੋਂ ਜਾਣ ਨਾ ਦੇ, ਵਕਤ ਨੂੰ ਲੰਘਾ ਨਾ, ਵਕਤ ਨੂੰ ਬੇਕਾਰ ਨਾ ਕਰ, ਵਕਤ ਨੂੰ ਪਕੜ, ਸਮੇਂ ਨੂੰ ਪਕੜ, ਇਹਦੀ ਨਬਜ਼ ਪਛਾਣ, ਸਹੀ ਸਮੇਂ ਤੇ ਸਹੀ ਫੈਸਲੇ ਲੈ। ਤੇ ਇਸੇ ਕਰਕੇ ਮਹਾਰਾਜ ਨੇ ਤਾਂ ਸਾਨੂੰ ਕਹਿ ਦਿੱਤਾ ਸੀ ਵੀ ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਇਤਾਲ। ਜਿਹੜਾ ਕੰਮ ਕੱਲ ਨੂੰ ਕਰਨਾ ਅੱਜ ਹੀ ਸ਼ੁਰੂ ਕਰ, ਹੁਣੇ ਹੀ ਕਰ। ਮਹਾਰਾਜ ਕਹਿੰਦੇ ਜਿਹੜਾ ਹੁਣੇ ਹੀ ਕਰਨਾ, ਸੋਇਤਾਲ ਦਾ ਮਤਲਬ ਹੈ ਚੁਟਕੀ ਦੇ ਵਿੱਚ, ਮਤਲਬ ਇੱਕਦਮ ਸ਼ੁਰੂ ਕਰ ਦੇ। ਜੇ ਨਹੀਂ ਕਰਿਆ ਫਿਰ ਮਹਾਰਾਜ ਕਹਿੰਦੇ ਫਿਰ ਪਛਤਾਉਣਾ ਪਏਗਾ। ਅਸੀਂ ਰੋਜ਼ ਦੇ ਬਾਣੀ ਪੜ੍ਹਨ ਵਾਲੇ, ਹਾਲੇ ਕੋਈ ਦਾੜੀ ਕੇਸ ਰੱਖਣਾ ਹੋਵੇ, ਦਸਤਾਰ ਬੰਨਣੀ ਸ਼ੁਰੂ ਕਰਨੀ ਹੋਵੇ, ਅੰਮ੍ਰਿਤ ਛਕਣ ਦਾ ਜਿਹੜਾ ਸੀਗਾ ਹੋਵੇ ਫੈਸਲਾ ਲੈਣਾ, ਜਾਂ ਅਸੀਂ ਦਸਵੰਧ ਕੱਢਣ ਦਾ ਫੈਸਲਾ ਲੈਣਾ ਹੋਵੇ, ਜਾਂ ਅੰਮ੍ਰਿਤ ਵੇਲੇ ਉੱਠਣ ਦਾ ਫੈਸਲਾ ਲੈਣਾ ਹੋਵੇ, ਜਾਂ ਘਰਾਂ ਦੇ ਵਿੱਚ ਨਿਤਨੇਮ ਕਰਨ ਦਾ ਸ਼ੁਰੂਆਤ ਕਰਨੀ ਹੋਵੇ ਤਿਆਦਕ, ਤਾਂ ਅਸੀਂ ਉਡੀਕਦੇ ਰਹਿੰਦੇ ਹਾਂ।
ਚੰਗੇ ਕੰਮ ਨੇ ਇਹ ਹੋਣੇ ਚਾਹੀਦੇ ਨੇ। ਘਰ ਘਰ ਦੇ ਵਿੱਚ ਨਿਤਨੇਮ ਹੋਣਾ ਚਾਹੀਦਾ ਹੈ। ਘਰ ਘਰ ਦੇ ਵਿੱਚ ਦਸਵੰਧ ਕੱਢਿਆ ਜਾਣਾ ਚਾਹੀਦਾ ਹੈ। ਘਰ ਘਰ ਦੇ ਵਿੱਚ ਬਾਣੀ ਪੜ੍ਹੀ ਸੁਣੀ ਜਾਣੀ ਚਾਹੀਦੀ ਹੈ। ਰੋਜ਼ ਸਾਨੂੰ ਅੰਮ੍ਰਿਤ ਵੇਲੇ ਜਾਗਣਾ ਚਾਹੀਦਾ ਤੇ ਆਦਿਕ। ਇਹ ਤਾਂ ਫੈਸਲੇ ਇੱਕਦਮ ਲੈਣ ਵਾਲੇ ਨੇ, ਅੱਖਾਂ ਮੀਟ ਕੇ ਲੈਣ ਵਾਲੇ ਨੇ ਵੀ ਇਹਦੇ 'ਚ ਹੀ ਫਾਇਦਾ ਹੈ। ਇਹ ਤਾਂ ਪੁੱਛਣ ਦੀ ਲੋੜ ਨਹੀਂ ਹੈ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ, ਕਿਸੇ ਦੀ ਸਲਾਹ ਲੈਣ ਦੀ ਵੀ ਲੋੜ ਨਹੀਂ ਹੈ। ਬਸ ਇਹ ਤਾਂ ਹੁਣੇ ਹੀ ਕਰਨ ਵਾਲਾ ਕੰਮ ਹੈ। ਚੰਗੇ ਕੰਮ 'ਚ ਦੇਰੀ ਕਾਹਦੀ, ਚੰਗੇ ਕੰਮ 'ਚ ਪੁੱਛ ਕਾਹਦੀ, ਚੰਗੇ ਕੰਮ 'ਚ ਸਲਾਹਾਂ ਕਾਹਦੀਆਂ, ਚੰਗੇ ਕੰਮ 'ਚ ਮਸ਼ਵਰੇ ਕਾਹਦੇ। ਇਹ ਕੰਮ ਹੁਣੇ ਕਰਨ ਵਾਲਾ ਸੀ ਤੇ ਇਹ ਸਾਨੂੰ ਸਾਲਾਂ ਦੇ ਸਾਲ ਲੰਘ ਗਏ। ਕੋਈ ਨਹੀਂ ਭਾਈ, ਦੇਖਾਂਗੇ, ਮਨ ਬਣਾਵਾਂਗੇ। ਜੇ ਮਨ ਬਣਿਆ ਤਾਂ ਰੱਖਾਂਗੇ ਦਾੜੀਆਂ, ਹੁਣ ਤਾਂ ਮਨ ਬਣਾਵਾਂਗੇ, ਹੁਣ ਤਾਂ ਕੇਸ਼ ਵੀ ਰੱਖਾਂਗੇ। ਦੇਖਾਂਗੇ, ਕੋਈ ਨਹੀਂ, ਮਨ ਬਣਾ ਰਹੇ ਆ। ਫਿਰ ਆਪਾਂ ਹੁਣ ਪਾਠ ਵੀ ਕਰਨਾ ਸ਼ੁਰੂ ਕਰਨਾ। ਜ਼ਿੰਦਗੀਆਂ ਲੰਘੀਆਂ, ਜਪਜੀ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਜ਼ਿੰਦਗੀਆਂ ਲੰਘੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੀਦਾਰ ਨਹੀਂ ਕੀਤੇ। ਸੋ ਦੇਖਾਂਗੇ ਇਹਦੇ ਵਿੱਚ ਹੀ ਬਸ ਅੱਜ ਕੱਲ ਦੇ ਵਿੱਚ ਜਗੋ ਤੱਕੀ ਦੇ ਵਿੱਚ ਸਾਰਾ ਸਮਾਂ ਲੰਘ ਗਿਆ। ਇਹ ਸਿਆਣਪ ਨਹੀਂ ਹੈ। ਮਹਾਰਾਜ ਕਹਿੰਦੇ ਸਮਾਂ ਲੰਘਦਾ ਜਾ ਰਿਹਾ, ਸਿਆਣਾ ਹੋ, ਸਮਝਦਾਰ ਹੋ, ਵਕਤ ਦੀ ਵਿਚਾਰ ਕਰ, ਟਾਈਮ ਦੀ ਵਿਚਾਰ ਕਰ। ਬੰਦਾ ਅਸਲ ਵਿੱਚ ਹੈ ਹੀ ਉਹ ਹੈ ਜਿਹੜਾ ਵਕਤ ਦੀ ਵਿਚਾਰ ਕਰਦਾ ਹੈ। ਵਕਤ ਵਿਚਾਰੇ ਸੋ ਬੰਦਾ ਹੋਏ। ਹੁਣ ਸਾਨੂੰ ਬੰਦਿਆਂ ਵਾਲਾ, ਮਨੁੱਖਾਂ ਵਾਲਾ ਸਰੀਰ ਮਿਲੇ ਤਾਂ ਕਿਸੇ ਨੂੰ 40 ਸਾਲ ਹੋ ਗਏ, ਕਿਸੇ ਨੂੰ 50 ਸਾਲ ਹੋ ਗਏ, ਕਿਸੇ ਨੂੰ 60 ਸਾਲ ਹੋ ਗਏ, ਪਰ ਕੰਮ ਬੰਦਿਆਂ ਵਾਲੇ ਕਿੰਨੇ ਕੀਤੇ ਨੇ, ਮਾਫੀ ਦੇਣੀ ਆਪਣੇ ਆਪ ਦੇ ਵਿੱਚ ਵੇਖਣਾ ਪਏਗਾ। ਕਿਸੇ ਤੋਂ ਪੁੱਛਣ ਦੀ ਲੋੜ ਥੋੜੋ ਹੈ। ਕੰਮ ਅਸੀਂ ਕਿਹੜੇ ਕੀਤੇ ਨੇ? ਬੰਦਿਆਂ ਵਾਲੇ ਕੰਮ ਕਰ ਰਹੇ ਹਾਂ ਕਿ ਪਸ਼ੂਆਂ ਵਾਲੇ ਕੰਮ ਕਰ ਰਹੇ ਹਾਂ? ਔਰ ਇਹੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਅਸਾਂ ਨੇ ਜਿਹੜੇ ਫੈਸਲੇ ਲੈਣੇ ਨੇ ਆਪਣੇ ਆਪ ਦੇ ਵਿੱਚ, ਜਿੰਨੇ ਅਸੀਂ ਫੈਸਲੇ ਲੈ ਸਕਦੇ ਹੋ ਤੇ ਲੈਣੇ ਚਾਹੀਦੇ ਨੇ। ਦੂਜੀ ਗੱਲ, ਜਿਹਦਾ ਸਾਨੂੰ ਫਾਇਦਾ ਹੋਵੇ, ਸਾਡੇ ਪਰਿਵਾਰ ਨੂੰ ਫਾਇਦਾ ਹੋਵੇ, ਉਹਦੇ 'ਚ ਤਾਂ ਕਦੇ ਦੇਰੀ ਕਰਨੀ ਹੋਣੀ ਚਾਹੀਦੀ। ਅੰਮ੍ਰਿਤ ਛਕਣ ਦੇ ਵਿੱਚ, ਅੰਮ੍ਰਿਤਧਾਰੀ ਹੋਣ ਦੇ ਵਿੱਚ ਜੇ ਕੋਈ ਫੈਸਲਾ ਲੈਂਦਾ ਤੇ ਇਹਦੇ 'ਚ ਨੁਕਸਾਨ ਕੀ, ਕਿਸੇ ਨੂੰ ਕੀ ਹੈ? ਜੇ ਕੋਈ ਬੰਦਾ ਇਹ ਕਹਿੰਦਾ ਵੀ ਆਪਾਂ ਹੁਣ ਆਪਣੀ ਕਮਾਈ ਦਾ ਕੁਝ ਹਿੱਸਾ ਗੁਰੂ ਨਿਮਿਤ ਕੱਢਿਆ ਕਰਨਾ, ਤੇ ਇਹਦੇ 'ਚ ਇਤਰਾਜ਼ ਕਿਸੇ ਨੂੰ ਕੀ ਹੋ ਸਕਦਾ? ਜੇ ਕੋਈ ਬੰਦਾ ਕਹਿੰਦਾ ਵੀ ਆਪਾਂ ਅੰਮ੍ਰਿਤ ਵੇਲੇ ਸਵਖਤ ਤੇ ਸਾਜਰੇ ਉੱਠ ਕੇ ਹੁਣ ਇਸ਼ਨਾਨ ਪਾਣੀ ਕਰਕੇ ਗੁਰਦੁਆਰੇ ਜਾਣਾ ਜਾਂ ਮੰਦਿਰ ਮਸਜਿਦ ਜਾਣਾ, ਇਸ ਕਿਸੇ ਨੂੰ ਇਤਰਾਜ਼ ਕੀ ਹੋ ਸਕਦਾ? ਇਸ ਕਰਕੇ ਆਗੂ ਵਾਲੇ ਗੁਣ ਪੈਦਾ ਹੋ ਜਾਂਦੇ ਨੇ। ਆਗੂ ਬਣਨਾ ਹਰ ਇੱਕ ਲੋਚਦਾ ਹੈ ਵੀ ਮੈਂ ਮੁਖੀਆ ਹੋਵਾਂ, ਮਾਹੀ ਸਰਪੰਚ, ਮਾਹੀ ਗਾਹਾਂ ਮਤਲਬ ਇਲਾਕੇ ਦਾ ਮੁਖੀਆ ਹੋਵਾਂ, ਮੇਰੇ ਤੋਂ ਬਿਨਾਂ ਪੁੱਛੇ ਨਾ। ਪਰ ਜਦੋਂ ਆਗੂ ਕੋਈ ਬਣ ਜਾਂਦਾ ਹੈ, ਫਿਰ ਸਵਾਲਾਂ ਦੇ ਜਵਾਬ ਨਹੀਂ ਆਉਂਦੇ। ਜ਼ਿੰਮੇਵਾਰੀਆਂ ਜਦੋਂ ਪੈ ਜਾਂਦੀਆਂ ਨੇ, ਫਿਰ ਜ਼ਿੰਮੇਵਾਰੀਆਂ ਤੋਂ ਕੰਨੀ ਕਤਰਾਉਂਦਾ ਹੈ, ਫਿਰ ਭੱਜਦਾ ਹੈ, ਫਿਰ ਸੱਜੇ ਖੱਬੇ ਹੁੰਦਾ ਹੈ, ਫਿਰ ਕੰਮ ਉਥਲ ਪੁਥਲ ਹੋ ਜਾਂਦਾ ਹੈ। ਫਿਰ ਕਹਿੰਦਾ ਲੈ ਮੈਨੂੰ ਪੁੱਛੋ ਨਾ, ਮੈਨੂੰ ਕਹੋ ਨਾ, ਮੇਰੇ ਕੋਲੇ ਸ਼ਿਕਾਇਤਾਂ ਨਾ ਲੈ ਕੇ ਆਵੋ, ਬਈ ਇਹੀ ਤੇ ਔਖ ਹੈ। ਚੌਧਰ ਜੇ ਲਈ ਹੈ, ਜੇ ਮੁਖੀ ਬਣਿਆ, ਜੇ ਆਗੂ ਬਣਿਆ, ਤੇ ਗੁਣ ਵੀ ਉਹ ਚਾਹੀਦੇ ਨੇ ਨਾ। ਐਵੇਂ ਥੋੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਸ਼੍ਰੀ ਚੰਦ ਨੂੰ ਪਿੱਛੇ ਕਰਤਾ ਹੈ। ਬਾਬਾ ਲਖਮੀ ਦਾਸ ਨੂੰ ਗੱਦੀ ਦੇ ਦਿੰਦੇ ਤੇ ਕੀ ਫਰਕ ਪੈਣਾ ਸੀ? ਜੇ ਆਪਾਂ ਕਹੀਏ ਬਾਬਾ ਸ਼੍ਰੀ ਚੰਦ ਦਾ ਹੱਕ ਬਣਦਾ ਸੀ, ਵੱਡਾ ਸੀ, ਜੇਠਾ ਸੀ, ਆਪਣਾ ਸਕਾ ਪੁੱਤਰ ਸੀ, ਤੇ ਉਹਨੂੰ ਛੱਡ ਕੇ ਬਾਬੇ ਲਹਿਣੇ ਨੂੰ ਗੱਦੀ ਕਿਉਂ ਦਿੱਤੀ ਮਹਾਰਾਜ ਜੀ ਨੇ? ਉਹਨਾਂ ਚੋਂ ਕੁਆਲਿਟੀ ਨਹੀਂ ਸੀਗੀ, ਉਹਨਾਂ ਚੋਂ ਗੁਣ ਨਹੀਂ ਸੀਗੇ। ਮਹਾਰਾਜ ਨੂੰ ਪਤਾ ਸੀ ਵੀ ਇਹਨਾਂ ਨੂੰ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਣੀਆਂ ਜਿਹੜੀਆਂ ਇਸ ਘਰ ਦੀਆਂ, ਇਸ ਦਰ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ। ਜੋ ਗੁਰਦਾ ਗੱਦੀ ਦੀਆਂ ਜ਼ਿੰਮੇਵਾਰੀਆਂ ਨੇ, ਸ਼ਾਇਦ ਉਹ ਸ਼੍ਰੀ ਚੰਦ ਨਹੀਂ ਨਿਭਾ ਸਕਦਾ, ਉਹ ਮਹਾਰਾਜ ਨੂੰ ਉਹਦੇ 'ਚ ਦਿਸਿਆ ਨਹੀਂ। ਇਸ ਕਰਕੇ ਮਹਾਰਾਜ ਜੀ ਨੇ ਜ਼ੋਗ ਭਾਈ ਲਹਿਣਾ ਜੀ ਨੂੰ ਗੁਰਦਾ ਗੱਦੀ ਤੇ ਸੁਸ਼ੋਭਿਤ ਕੀਤਾ। ਮਤਲਬ ਕੀ ਹੈ? ਆਗੂ ਬਣਨ ਦੀ ਕੁਆਲਿਟੀ ਪੈਦਾ ਹੋ ਜਾਂਦੀ ਹੈ। ਭਾਈ ਲਹਿਣੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਸੁਣਿਆ। ਸੁਣਨ ਵਾਲੇ ਤਾਂ ਹੋਰ ਵੀ ਸੀ, ਪਰ ਜਿਹੜੇ ਢੰਗ ਨਾਲ ਭਾਈ ਲਹਿਣੇ ਨੇ ਸੁਣ ਲਿਆ, ਗੁਣਾਂ ਦਾ ਘਰ ਹੋ ਗਿਆ, ਉਹ ਗੁਣਾਂ ਦਾ ਮੁਜੱਸਮਾ ਹੋ ਗਿਆ, ਉਹ ਗੁਣਾਂ ਦਾ ਸਾਗਰ ਹੋ ਗਿਆ। ਉਹ ਸਾਹਿਬ ਕਹਿੰਦੇ ਸੁਣਿਆ ਸ਼ੇਖ, ਸ਼ੇਖਾਂ ਵਾਲੀ ਅਵਸਥਾ, ਪੀਰ ਮੁਸਲਮਾਨ ਜਗਤ ਦਾ ਇੱਕ ਸਤਿਕਾਰਤ ਸ਼ਬਦ ਹੈਗਾ। ਮਤਲਬ ਇਹ ਵੀ ਧਾਰਮਿਕ ਆਗੂ ਤੋਂ ਭਾਵ ਹੈ, ਧਾਰਮਿਕ ਰਹਿਨੁਮਾਈ ਕਰਨ ਵਾਲਾ। ਔਰ ਕਹਿੰਦੇ ਉਹ ਇਸ ਤਰ੍ਹਾਂ ਦਾ ਪੀਰਾਂ ਵਾਲੀ ਅਵਸਥਾ ਤੇ ਪਹੁੰਚ ਜਾਂਦਾ ਹੈ। ਕਿੰਨੇ ਪੀਰ ਹੋਏ ਨੇ, ਕਿੰਨੇ ਪੀਰ ਫਕੀਰ ਹੋਏ ਨੇ, ਔਰ ਜਿੰਨੇ ਵੀ ਇਹ ਪੀਰ, ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਕਿੰਨੇ ਪੀਰਾਂ ਫਕੀਰਾਂ ਦੀ ਵਾਰਤਾਲਾਪ ਹੁੰਦੀ ਹੈ, ਉਹ ਵੀ ਆਪਾਂ ਪੜ੍ਹਦੇ ਹਾਂ। ਪਰ ਸੁਣਨ ਦੇ ਨਾਲ ਮਨੁੱਖ ਉਸ ਪਦਵੀ ਤੇ ਪਹੁੰਚ ਜਾਂਦਾ ਹੈ, ਉਸ ਤਰ੍ਹਾਂ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਂਦੀ ਹੈ, ਉਸ ਤਰ੍ਹਾਂ ਦਾ ਉਹਦੇ ਅੰਦਰ ਗੁਣ ਪੈਦਾ ਹੋ ਜਾਂਦਾ ਹੈ। ਪਾਤਸ਼ਾਹ, ਤੀਜੀ ਗੱਲ ਪਾਤਸ਼ਾਹ ਲਿਖਿਆ ਹੈ। ਪਾਤਸ਼ਾਹ ਸ਼ਬਦ ਦਾ ਅਰਥ ਰਾਜਾ ਕਹਿ ਲਓ, ਸਮਾਨਾਰਥਕ ਸ਼ਬਦ, ਜਾਨੀ ਰਾਜੇ ਨਾਲੋਂ ਵੱਡਾ, ਜਾਨੀ ਜਿਹੜਾ ਨਰਜਿਆ ਹੋਇਆ।
ਤੇ ਮਹਾਰਾਜ ਕਹਿੰਦੇ ਜਿਹੜੇ ਪਾਤਸ਼ਾਹ ਦੇ ਅੰਦਰ ਗੁਣ ਨੇ ਔਰ ਉਹ ਗੁਣ ਪਰਮੇਸ਼ਰ ਦਾ ਨਾਮ ਸੁਣਨ ਦੇ ਨਾਲ ਪੈਦਾ ਹੋ ਜਾਂਦੇ ਨੇ। ਐਨ ਬੰਦਾ ਅੰਦਰੋਂ ਰੱਜ ਜਾਂਦਾ, ਸੰਤੁਸ਼ਟ ਹੋ ਜਾਂਦਾ, ਕਿਸੇ ਚੀਜ਼ ਦੀ ਭੁੱਖ ਨਹੀਂ ਰਹਿੰਦੀ, ਕਿਸੇ ਚੀਜ਼ ਦੀ ਕੋਈ ਲਾਲਸਾ ਵੀ ਨਹੀਂ ਰਹਿੰਦੀ। ਔਰ ਜਿਵੇਂ ਬਾਣੀ ਦੇ ਵਿੱਚ ਤਮਾਮ ਥਾਵਾਂ ਤੇ ਐਸੇ ਬਚਨ ਆਉਂਦੇ ਨੇ। ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੁਣਨ ਦਾ ਮਹੱਤਮ ਹੈ, ਸੁਣਨ ਦੇ ਨਾਲ ਹੀ ਮਨੁੱਖ ਇੱਥੋਂ ਤੱਕ ਪਹੁੰਚ ਜਾਂਦਾ, ਗੁਣਾਂ ਦਾ ਸਾਗਰ ਬਣ ਜਾਂਦਾ, ਸ਼ੇਖਾਂ ਵਾਲੀ ਅਵਸਥਾ ਤੇ, ਪੀਰਾਂ ਵਾਲੀ ਪਦਵੀ ਤੇ, ਪਾਤਸ਼ਾਹਾਂ ਵਰਗਾ ਜਿਹੜਾ ਸੀ ਉਹਦਾ ਜੀਵਨ ਬਣ ਜਾਂਦਾ। ਤੁਸੀਂ ਬਾਬਾ ਕਬੀਰ ਸਾਹਿਬ, ਭਗਤ ਰਵਿਦਾਸ ਸਾਹਿਬ ਔਰ ਭਗਤ ਨਾਮਦੇਵ, ਭਗਤ ਧੰਨਾ, ਤਮਾਮ ਜਿੰਨੇ ਵੀ ਰੱਬ ਦੇ ਪਿਆਰੇ ਹੋਏ ਨੇ, ਰੱਬ ਦੇ ਭਗਤ ਹੋਏ ਨੇ, ਕਦੇ ਇਹਨਾਂ ਦਾ ਜੀਵਨ ਦੇਖੋ ਪਾਤਸ਼ਾਹਾਂ ਨਾਲੋਂ ਘੱਟ ਹੈ। ਹਾਲਾਂਕਿ ਪਾਤਸ਼ਾਹ ਵੀ ਕਿਸੇ ਦੀ ਝੇਪ ਮੰਨਦੇ ਹੋਣਗੇ, ਪਰ ਇਹਨਾਂ ਨੇ ਨਹੀਂ ਮੰਨਿਆ। ਅਸਲ ਵਿੱਚ ਇਹਨਾਂ ਤੇ ਸ਼ਬਦ ਢੁਕਦੇ ਨੇ। ਇਸੇ ਕਰਕੇ ਤਾਂ ਆਪਾਂ ਸ਼ਬਦ ਅਕਾਲ ਪੁਰਖ ਲਈ ਵਰਤਦੇ ਆ, ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਬੇਸ਼ਾਹ। ਸੋ ਕਹਿਣ ਤੋਂ ਭਾਵ ਕੀ ਹੈ, ਜੇ ਭਗਤ ਕਬੀਰ ਸਾਹਿਬ, ਭਗਤ ਰਵਿਦਾਸ ਸਾਹਿਬ ਜਾਂ ਬਾਣੀ 'ਚ ਕਿੰਨੇ ਐਸੇ ਸ਼ਬਦ ਆਉਂਦੇ ਨੇ, ਇਹਨਾਂ ਨੂੰ ਸਮੇਂ ਦੇ ਜਿਹੜੇ ਅਖੌਤੀ ਪਾਤਸ਼ਾਹ ਸੀ ਜ਼ੋਰ ਲਾ ਹਟੇ, ਉਹ ਜ਼ੋਰ ਲਾਇਆ। ਬਾਬਾ ਕਬੀਰ ਸਾਹਿਬ ਦੇ ਵੇਲੇ ਵੀ ਜਿਹੜਾ ਬਾਦਸ਼ਾਹ ਸੀਗਾ, ਪਾਤਸ਼ਾਹ ਸੀ, ਉਹਦਾ ਜੀਵਨ ਤੁਸੀਂ ਵੇਖ ਲਓ। ਭਗਤ ਰਵਿਦਾਸ ਸਾਹਿਬ ਜੀ ਵੇਲੇ ਵੇਖ ਲਓ, ਗੁਰੂ ਸਾਹਿਬ ਜੀ ਵਾਲੇ ਵੇਖ ਲਓ, ਪਾਤਸ਼ਾਹ ਬਾਬਰ ਦੇਖ ਲਓ, ਹਮਾਜੂ ਵੇਖ ਲਓ, ਅਕਬਰ ਵੇਖ ਲਓ, ਜਹਾਂਗੀਰ ਵੇਖ ਲਓ। ਛੇਵੇਂ ਪਾਤਸ਼ਾਹ ਵੇਲੇ ਜਿਹੜਾ ਸੀ ਆਪਾਂ ਸ਼ਾਹਜਹਾਨ ਵੇਖਦੇ ਹਾਂ, ਇਹ ਵੀ ਇੱਕ ਪਾਸੇ ਹੈ। ਜ਼ੋਰ ਲਾ ਲਿਆ ਇਹਨਾਂ ਨੇ, ਰੋਂਦੇ ਪਿੱਟਦੇ ਰਹੇ। ਅਸਲ ਵਿੱਚ ਪਾਤਸ਼ਾਹ ਤੇ ਗੁਰੂ ਸਾਹਿਬ ਸੀਗੇ। ਇਸੇ ਕਰਕੇ ਇਹ ਸ਼ਬਦ ਸਿੱਖਾਂ ਨੇ ਉਹਨਾਂ ਲਈ ਪਾਤਸ਼ਾਹ ਸ਼ਬਦ ਚਲੋ ਅਖਵਾਉਂਦੇ ਸੀ, ਖਵਾਈ ਚੱਲੋ ਭਾਈ, ਮੰਨਦੇ ਸੀ ਮੰਨੀ ਚੱਲੋ ਭਾਈ, ਤੁਹਾਨੂੰ ਦੁਨੀਆ ਕਹਿੰਦੀ ਹੈ ਕੋਈ ਇਤਰਾਜ਼ ਨਹੀਂ ਹੈ, ਪਰ ਸਾਡਾ ਜਿਹੜਾ ਗੁਰੂ ਹੈ ਉਹ ਤਾਂ ਸੱਚਾ ਪਾਤਸ਼ਾਹ ਹੈ। ਫਿਰ ਸੱਚਾ ਪਾਤਸ਼ਾਹ ਸ਼ਬਦ ਵਰਤਿਆ। ਅੰਤਰ ਕੀ ਸੀ ਉਹਦੇ ਵਿੱਚ ਤੇ ਇਹਦੇ ਵਿੱਚ, ਉਹ ਆਪਾਂ ਸਾਖੀਆਂ ਸਾਡੇ ਸਾਹਮਣੇ ਨੇ, ਕਿੰਨੇ ਹੀ ਪ੍ਰਸੰਗ ਐਸੇ ਆਉਂਦੇ ਨੇ। ਤੇ ਜਦੋਂ ਇੱਕ ਘਾਹੀ ਜਿਹੜਾ ਘਾਹ ਖੋਤ ਕੇ ਤੇ ਪੰਡ ਲੈ ਕੇ 1 ਰੁਪਈਆ ਲੈ ਕੇ, ਜਦੋਂ ਉਹਨੂੰ ਪਤਾ ਲੱਗਿਆ ਵੀ ਇਸ ਇਲਾਕੇ ਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਏ ਹੋਏ ਨੇ, ਸੁਭਾਅ ਕੁਦਰਤੀ ਉਸੇ ਦੇ ਵਿੱਚ ਬਾਦਸ਼ਾਹ ਵੀ ਆਇਆ ਹੋਇਆ ਹੈਗਾ ਔਰ ਇਕੱਠੇ ਹੀ ਕੋ ਜਿਹੜਾ ਜੰਗਲ ਦੇ ਵਿੱਚ ਨੇ, ਪਰ ਉਹ ਗਿਆ ਜਿੱਥੇ ਬਾਦਸ਼ਾਹ ਦਾ ਲੱਗਿਆ ਹੋਇਆ ਸੀ, ਮਤਲਬ ਬੈਠਾ ਸੀ, ਉਹਦੇ ਆਲੇ ਦੁਆਲੇ ਸੇਵਾਦਾਰ ਬੈਠੇ ਨੇ, ਸਾਰਾ ਪ੍ਰਬੰਧ ਹੈ। ਇਹਨੇ ਜਾ ਕੇ 1 ਰੁਪਈਆ ਰੱਖ ਕੇ ਹੱਥ ਜੋੜ ਕੇ ਅਰਦਾਸ ਬੇਨਤੀ ਕਿੱਡੀ ਲੰਮੀ ਚੌੜੀ ਕੀਤੀ ਸੀ, ਤੁਹਾਨੂੰ ਸਾਖੀਆਂ ਪਤਾ ਹੈ ਬਈ ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰਾ ਜਨਮ ਮਰਨ ਕੱਟ ਦਿਓ, ਮੈਨੂੰ ਸੋਝੀ ਦਿਓ, ਮੈਨੂੰ ਜਮਾਂ ਦੀਆਂ ਮਾਰਾਂ ਤੋਂ ਬਚਾਇਓ, ਮੇਰਾ ਜੀਵਨ ਸਫਲਾ ਕਰ ਦਿਓ। ਤੇ ਆਦਿਕ ਉਹਨੇ ਆਪਣੇ ਢੰਗ ਦੇ ਨਾਲ, ਪਰ ਸੁਣ ਕੇ ਪਾਤਸ਼ਾਹ ਹੈਰਾਨ ਹੋਈ ਜਾਵੇ, ਕੀ ਕਹੀ ਜਾਂਦਾ ਹੈ। ਇਹ ਆਉਂ ਲੱਗਦਾ ਜਿਵੇਂ ਗਲਤ ਥਾਂ ਤੇ ਆ ਗਿਆ ਹੋਵੇ। ਮੇਰੇ ਕੋਲ ਤਾਂ ਚੀਜ਼ਾਂ ਹੀ ਨਹੀਂ ਹੈਗੀਆਂ, ਮੈਂ ਤਾਂ ਦੁਨੀਆ ਦਾ ਧਨ ਦੇ ਸਕਦਾ, ਦੁਨੀਆ ਦੇ ਜਿਹੜਾ ਸੀ ਪਦਾਰਥ ਦੇ ਸਕਦਾ ਇਹਨੂੰ, ਪਰ ਆ ਜਿਹੜੀਆਂ ਚੀਜ਼ਾਂ ਲੋਕ ਪਰਲੋਕ ਦੀ ਗੱਲ ਕਰਦਾ, ਉਹਨੂੰ ਤਾਂ ਪਤਾ ਵੀ ਨਹੀਂ ਇਸ ਚੀਜ਼ ਦਾ, ਉਹਨੂੰ ਤੇ ਸਮਝ ਵੀ ਨਹੀਂ ਹੈਗੀ। ਜਨਮ ਮਰਨ ਕੱਟਣ ਦੇ ਉਹ ਕਿੱਥੇ ਸਮਰੱਥ ਹੈ ਇਤਿਆਦਕ। ਉਹਨੇ ਪੁੱਛ ਲਿਆ ਜਾਂ ਸੇਵਾਦਾਰਾਂ ਨੇ ਵੀ ਕਿੱਥੇ ਆਉਣਾ ਸੀ, ਕੀ ਸਮਝਦਾ ਹੈ। ਕਹਿਣ ਲੱਗਿਆ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਉਹਨਾਂ ਆਖਿਆ ਨਹੀਂ ਨਹੀਂ, ਇਹ ਤਾਂ ਬਾਦਸ਼ਾਹ ਹੈ। ਉਹਨੇ ਆਪਣਾ ਰੁਪਈਆ ਵੀ ਚੱਕ ਲਿਆ ਸੀ, ਚੱਕ ਕੇ ਕਹਿੰਦਾ ਮੈਂ ਤਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਭੇਟ ਕਰਾਂਗਾ। ਸੋ ਕਹਿਣ ਤੋਂ ਭਾਵ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਇਸ਼ਾਰਾ ਕਰ ਰਹੇ ਨੇ, ਉਸ ਇਸ਼ਾਰੇ ਨੂੰ ਸਮਝਣਾ। ਉਸ ਤਰ੍ਹਾਂ ਦੀ ਪਦਵੀ ਤੇ ਮਨੁੱਖ ਪਹੁੰਚ ਜਾਂਦਾ, ਕਿਸੇ ਦੀ ਮੁਤਾਜੀ ਵੀ ਨਹੀਂ ਰਹਿੰਦੀ। ਕਿਸ ਹੋਂ ਜਾਚੀ ਕਿਸ ਆਰਾਧੀ, ਜਾਂ ਸਭ ਕਿਸ ਕੀਤਾ ਹੋਸੀ। ਔਰ ਇਸ ਤਰ੍ਹਾਂ ਦੀ ਭਾਵਨਾ ਬਣ ਜਾਂਦੀ, ਉਹ ਮੁਤਾਜ ਸਿਰਫ ਤੇ ਸਿਰਫ ਪਰਮਾਤਮਾ ਦਾ ਰਹਿੰਦਾ, ਪਰਮੇਸ਼ਰ ਤੋਂ ਹੀ ਮੰਗਦਾ, ਹੋਰ ਕਿਸੇ ਦੇ ਅੱਗੇ ਹੱਥ ਨਹੀਂ ਅੱਡਦਾ। ਆਪਣੇ ਆਪ ਦੇ ਵਿੱਚ ਇਹਦੀ ਵਿਆਖਿਆ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ ਨਾ, ਬਹੁਤ ਵਿਸਥਾਰ ਵਿੱਚ ਹੈ। ਹੁਣ ਕਹਿਣ ਲੱਗੇ ਨੇ ਅੱਗੇ ਸੁਣਨ ਦਾ ਕੀ ਮਹੱਤਮ। ਸੁਣਿਆ ਅੰਧੇ ਪਾਵਹਿ ਰਾਹ। ਅੰਧੇ ਜਿਹੜੇ ਨੇ, ਬਿਲਕੁਲ ਅੰਧੇ ਦਾ ਸ਼ਬਦ ਅੰਨੇ ਹੀ ਹੁੰਦਾ ਹੈ। ਅੰਨੇ ਦਾ ਭਾਵ ਜਿਨ੍ਹਾਂ ਨੂੰ ਦੋਵਾਂ ਅੱਖਾਂ ਤੋਂ ਮਾਸਾ ਭਰ ਵੀ ਨਾ ਦਿੰਦਾ ਹੋਵੇ, ਥੋੜਾ ਜਿਹਾ ਵੀ ਨਾ ਦਿਸਦਾ ਹੋਵੇ, ਤੇ ਜਿਹੜੇ ਬਿਲਕੁਲ ਇਸ ਤਰ੍ਹਾਂ ਦੇ ਨੇ। ਚਲੋ ਸਿੱਖ ਸ਼ਬਦਾਵਲੀ ਵਿੱਚ ਜਾਂ ਆਪਾਂ ਜਿਹੜੇ ਸਿੰਘ ਬੋਲੇ ਨੇ ਉਹਨਾਂ ਵਿੱਚ ਸੂਰਮਾ ਸ਼ਬਦ ਵਰਤਦੇ ਆ, ਪਰ ਇੱਥੇ ਅੰਧਾ ਸ਼ਬਦ ਮਹਾਰਾਜ ਨੇ ਵਰਤਿਆ ਜਿਹਨੂੰ ਜਮਾ ਹੀ ਨਹੀਂ ਦਿਸਦਾ, ਭੋਰਾ ਹੀ ਨਹੀਂ ਦਿਸਦਾ। ਉਹ ਭਲਾ ਕਿੱਧਰ ਨੂੰ ਤੁਰ ਕੇ ਚਲਾ ਜਾਏਗਾ, ਉਹਨੂੰ ਰਸਤੇ ਦਾ ਪਤਾ ਹੀ ਨਹੀਂ ਵਿਚਾਰੇ ਨੂੰ। ਉਹਨੂੰ ਤਾਂ ਆਪਣੇ ਘਰ ਤੋਂ ਜਿਹੜਾ ਸੀ ਬਾਹਰ ਵੀ ਨਿਕਲਣਾ ਉਹਦੇ ਲਈ ਤਾਂ ਮੁਸ਼ਕਲ ਹੈ। ਉਹ ਤਾਂ ਆਪਣੇ ਗਲੀ ਮਹੱਲੇ 'ਚ ਵੀ ਨਹੀਂ ਘੁੰਮ ਸਕਦਾ, ਬਾਹਰ ਦੂਰ ਤੱਕ ਕਿੱਥੇ ਜਾ ਸਕਦਾ। ਹਾਂ, ਜਿਹਦੇ ਕੋਲੇ 2 ਅੱਖਾਂ ਨੂੰ ਚਾਹੇ ਸਾਰੀ ਦੁਨੀਆ ਘੁੰਮੇ ਆਵੇ,
महाराज कहते अंधा मनुख है जिहड़ा उहनूं बिल्कुल रस्ते की सोझ ही नहीं हुंदी, रस्ते की सोझ ही नहीं हुंदी, बेचारा निकलण तो डरदा है, तुरन तो डरदा है, सट्टां खाण तो डरदा है, डिगण तो डरदा है, पता ही नहीं है। पर जदों कोई परमेश्वर का नाम सुन लैंदा है, गुरु का शब्द सुन लैंदा है, उहनूं आत्मक तौर ते ऐसियां नज़रां प्राप्त हो जांदियां ने, अंदरूनी तौर ते उहनूं ऐसी निगाह प्राप्त हो जाती है, वो असली सही रास्ते ते चल पैंदा। याद रखियो, आ बाहरले रस्तियां दा ते चलो ठोकरां खांदे ने लोग, डिगदे ने, ये तो वखरी गल है। पर कई आत्म तौर ते इन्ने अन्ने हुंदे ने, उन्हां नूं पता ही लगदा भी किहड़ा रस्ता चूज करना। माफ़ी देनी आपां सारियां नूं दो दो अखां वाहिगुरू ने दित्तियां ने, शुक्र है उहदा, धन्नवाद उहदा, दिसदा सारा कुछ, पर असीं तुर किधर नूं रहे हां। मैनूं माफ़ी देनी, तुर तां असीं अन्निਆਂ वांगे रहे हां ना, दिसण दे बावजूद भी असीं कंधां कौलियां 'च वजदे फिरदे हां, ठोकरां खांदे फिरदे हैं, जो कुछ असीं करदे हैं। इसे नूं वेख के बाबा कबीर साहब ने आख्या सी, हाथ दीप कूए परे काहे की कुसलात। ते देखो, जे अन्ना मनुख डिग जाए होर चीज़ है, सुजाखा डिग जाए तो उन्होंने होर नज़रां नाल वेख्या जांदा है। अध्यात्मक तौर ते जां आत्मक तौर ते जिहड़ा है मनुख अंदरूनी तौर ते बिल्कुल जिहड़ा अन्ना है, और उन्होंने पता ही नहीं लगता किधर नूं जाना, उहदा जीवन सारा ही व्यर्थ चला जाता है, वो गलत रास्ते ते तुर पैंदा जां ठोकरां खांदा है। सतगुरु कहंदे परमेश्वर दा नाम सुनन दे नाल मंदे नूं असली रास्ते दी सोझी आ जांदी है, उस रास्ते ते चढ़ जांदा है, वो राह ते चढ़ जांदा है जिहड़ा गुरु दा राह है। जिहड़े रास्ते ते चढ़िया मनुख परमेश्वर तक पहुँच जांदा है, परमात्मा तक पहुँच जांदा है। माफ़ी देनी, मैं तां बेनती कर रहा भी साडे समाज दे विच बहुते लोग अखां होण दे बावजूद भी गलत रास्तियां ते चल रहे हैं। उस रास्ते ते उन्हां दा भी उजाड़ा है, परिवार दा भी उजाड़ा है, बच्चों का भी उजाड़ा है, जीवन भी बर्बाद है, ठोकरां भी ने, बदनामी भी है, और सारा कुछ ही है, पर फिर भी जाई जाते हैं। उन्होंने आखो भाई किहड़े रास्ते ते चले आ, समझते ही कोई नहीं, सारी सारी जिंदगी ऐं लंघ जाती है। पर कईयां कोले आ साडे वर्गियां दुनियावी अखां, दुनियावी निगाह नहीं हैगी, पर उन्होंने परमेश्वर ने ऐसी मत दी हुई है, और ऐसा उन्होंने समझ दी हुई है, ऐसी सूझबूझ है, वो आ अखां ना होने के बावजूद भी सही रास्ते ते चल रहे हैं। बहुत सारे ऐसे जिहड़े लोग हैगे ने, जिवें आपां किन्नी बार बेनती की है भी हरमंदर साहिब दे किन्ने कीर्तनीय सिंह ने, जां होर भी थावां ते कीर्तनीय सिंह जिहड़े कीर्तन वाले पासे ने, उन्होंने आप सुनना, हज़ार हज़ार दो दो हज़ार शब्द याद है उन्होंने, कीर्तन करते हैं, सुनने वाले भी जिहड़े सी ऐन जुड़ जाते हैं। आप जिद्दन श्री गुरु ग्रंथ साहिब महाराज की संपूर्णता का भोग पाया, मतलब लड़ीवार कथा का भोग पाया सी, उदणे गुरमत समागम दे विच विशेष तौर पर सचखंड श्री हरमंदर साहिब तो जिहड़े रागी साहिबान आए सी, भाई लखविंदर सिंह, वो अखां तो सूरमे ने, पर कीर्तन संगत उन्हों का ਐਨ ਚਾਉ ਨਾਲ ਸੁਣਦੀਆਂ ਨੇ, ਭੱਜ ਭੱਜ ਕੇ ਜਿਹੜਾ ਸੀ ਆਉਂਦੀਆਂ ਨੇ, ਜਦੋਂ ਕੀਰਤਨ ਕਰਦੇ ਨੇ, ਸੁਣਦੇ ਨੇ, ਆਨੰਦ ਮਿਲਦਾ ਹੈ, ਭਾਵੇਂ ਕਿ ਉਹਨਾਂ ਕੋਲੇ ਸਾਡੇ ਵਰਗੀਆਂ ਅੱਖਾਂ ਨਹੀਂ ਹੈਗੀਆਂ। ਔਰ ਦਰਬਾਰ ਸਾਹਿਬ ਦੇ ਇੱਕ ਰਾਗੀ ਸਾਹਿਬਾਨ ਨੇ, ਸ਼ਾਇਦ ਭਾਈ ਗੁਰਮੇਜ ਸਿੰਘ ਨਾਮ ਉਹਨਾਂ ਦਾ, ਉਹਨਾਂ ਦੇ ਕੋਲੇ ਦੁਨਿਆਵੀ ਨਿਗਾਹ ਹੈ ਨਹੀਂ, ਪਰ ਉਹਨਾਂ ਨੇ ਬਰੇਲ ਲਿਪੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਿਆ, ਜਿਹੜੀ सूरमियां दी जां सीधे शब्दां च अन्नियां दी भाषा जिहड़ी हैगी है, उन्हां दी जिहड़ी लिपि हैगी है, ब्रेल लिपि दे विच, और वो सारा सारा पाठ करते हैं। मैं तो पहला भी बेनती की है भी साडे कोले सब कुछ होने के बावजूद असी 24 घंटे इन्हां अखां नाल वेखदे रहने आ, पर साडे चों बहुते वो ने जिन्हां ने हाले पूरे जपजी साहिब दे दर्शन नहीं कीते, जिन्हों ने पूरे श्री गुरु ग्रंथ साहिब महाराज के दर्शन नहीं किए। और ऐसे वो बहुत ने आ जेडे इदां दे विद्यालय बने हुए ने ना, उत्थे इस तरह के बच्चे जिहड़े ने वो सिक्ख्या प्राप्त करते हैं। उन्हां चों उन्हां ने पाठ भी करिया, भाई गुरमेज सिंह ने पूरा श्री गुरु ग्रंथ साहिब महाराज ब्रेल लिपि दे विच लिखिया, उहदी रीस कोई सुजाखा भी नहीं कर सकता। सो कहण तो भाव ये की है, सुने अंधे पावै राह हो, वो सही रास्ते ते चल पैंदे ने। वो रास्ता जिहड़ा बंदे नूं परमात्मा परमेश्वर दे दर घर विच लै जांदा, और रास्ते तो भटकदे नहीं। बाणी दे विच शब्द है, 15 भगत ने गुरु ग्रंथ साहिब महाराज दे विच, एक भगत वो ने जिन्हां दे कोले साडे वर्गियां अखां है ही नहीं सी। भगत सूरदास जी अखां तो सूरमे सीगे, दूजे शब्दां च जिहड़े आपां शब्द वरते अन्ने जिवें कह दिंदे आ,
ਭਗਤ ਸੂਰਦਾਸ ਦੀ ਬਾਣੀ महाराज जी ने श्री गुरु ग्रंथ साहिब महाराज में शामिल की है। छाड़ मन हर बेमुखन को संग, उन्हां दा शब्द इतना की शब्द बाणी च जिहड़ा सी महाराज ने शुभत किया हैगा। पर वो दूसरे भगत भी आए सीगे, वो सज्जू कान्हा साह हुसैन, वो भी किदां दीयां गल्लां करदे सी, अन्नियां वालियां गल्लां करदे सी, अन्नियां वांग टकरा मारदे सी, ते जिन्ना दा उन्हां दा हाल होया। इस करके महाराज ने इत्थों तक भी आख्या, अंधे से ना आखिए जिन मुख लोएन नाहे, अंधे से ही नानका खसम कुत्थे जाहे। महाराज कहते भुल के भी उन्होंने अन्ने ना कहो जिन्हां दे कोले आ अखां नहीं हैगियां, नेत्र नहीं हैगा। अन्ने ओ ने जिहड़े मालिक दे हुक्म तो खुंझे हुए ने, गुरु दे दर्शाए रस्ते तू छड्ड के होरे रस्तियां ते भटकदे फिरदे ने, अन्नियां वांग ठोकरां खांदे फिरदे ने। ते इस करके महाराज किरपा करन, जो असीं सुणदे आ सानू ਉਹ ਸਮਝ ਵਿੱਚ ਆਵੇ ਤੇ ਅਸੀਂ ਵੀ ਸਹੀ ਰਸਤੇ ਦੇ ਉੱਪਰ ਚੱਲ ਪਈਏ। ਜਿਹੜਾ ਗੁਰਮੁਖ ਗਾਡੀ ਰਾਹ ਹੈ ਨਾ, ਉਸ ਰਸਤੇ ਤੇ ਚੱਲੀਏ। ਪਰ ਹੈਰਾਨਗੀ ਹੁੰਦੀ ਹੈ ਜਦੋਂ ਆਪਾਂ ਭਟਕ ਕੇ ਹੋਰ ਥਾਵਾਂ ਤੇ ਟੱਕਰਾਂ ਮਾਰਦੇ ਫਿਰਦੇ ਆ। ਫਿਰ ਕਈ ਵਾਰੀ ਹੁੰਦਾ ਵੀ ਯਾਰ ਕਥਾ ਵੀ ਸੁਣਦੇ ਨੇ ਬੰਦੇ, ਕੀਰਤਨ ਵੀ ਸੁਣਦੇ ਨੇ, ਪਾਠ ਵੀ ਸੁਣਦੇ ਨੇ, ਆਹ ਸਮਾਧਾਂ ਤੇ ਵੀ ਡੋਲੂ ਚੁੱਕੀ ਫਿਰਦੇ ਨੇ, ਇਹ ਮੜੀਆਂ ਤੇ ਵੀ ਨੱਕ ਰਗੜਦੇ ਫਿਰਦੇ ਨੇ। ਫਿਰ ਮਨ 'ਚ ਹੁੰਦਾ ਵੀ ਹਾਲੇ ਇਹਨਾਂ ਨੂੰ ਉਹ ਰਸਤਾ ਹੀ ਨਹੀਂ ਪਤਾ ਲੱਗਿਆ। ਇਹ ਜਾਂਦੇ ਜ਼ਰੂਰ ਨੇ, ਬੈਠਦੇ ਜ਼ਰੂਰ ਨੇ, ਹਾਲੇ ਸੁਣਿਆ ਨਹੀਂ ਹੈ। ਜੇ ਸੁਣਿਆ ਹੁੰਦਾ ਫਿਰ ਇੱਕ ਨੂੰ ਛੱਡ ਕੇ ਦੂਜੇ ਦੇ ਚੱਕਰਾਂ 'ਚ ਪੈਣਾ ਹੀ ਨਹੀਂ ਸੀਗਾ। ਮਹਾਰਾਜ ਕਹਿੰਦੇ ਸੁਣਿਆ ਅੰਧੇ ਪਾਵਹਿ ਰਾਹੋ, ਸੁਣਿਆ ਹਾਥ ਹੋਵੇ ਅਸਗਾਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਬਚਨ ਕਰਦੇ ਨੇ, ਸੁਣਨ ਦੇ ਨਾਲ ਬੰਦੇ ਦਾ ਹੱਥ ਪਹੁੰਚ ਜਾਂਦਾ, ਉੱਥੋਂ ਤੱਕ ਸਮਝ ਆ ਜਾਂਦੀ ਹੈ। ਜਿਹੜਾ ਸੰਸਾਰ ਡੂੰਘਾ, ਜਿਹੜੀ ਦੁਨੀਆ ਬਹੁਤ ਵੱਡੀ ਹੈ, ਜਿਹਦੇ ਬਾਰੇ ਸਮਝ ਨਹੀਂ ਆਉਂਦੀ। ਆਪਾਂ ਕਹਿੰਦੇ ਜੀ ਇੱਥੇ ਕਿਹਨੇ ਹੱਥ ਪਾਇਆ, ਕਿਹਨੂੰ ਪਤਾ ਲੱਗਦਾ। ਇਹ ਡੂੰਘੀਆਂ ਰਮਜਾਂ ਨੇ, ਪਰ ਸੁਣਨ ਦੇ ਨਾਲ ਬੰਦੇ ਨੂੰ ਪਤਾ ਲੱਗ ਜਾਂਦਾ, ਕਿਉਂਕਿ ਉਹਦੇ ਮਨ 'ਚ ਸਵਾਲ ਹੀ ਐਸੇ ਖੜੇ ਹੁੰਦੇ ਨੇ। ਓਏ ਜੋ ਚੀਤੇ ਚੀਤਨ ਹਾਰੇ, ਜਿਵੇਂ ਬਾਬਾ ਕਬੀਰ ਸਾਹਿਬ ਨਹੀਂ ਕਹਿੰਦੇ, ਓਏ ਜੋ ਦਿਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ। ਮਾਫ ਕਰਨਾ, कहोरे पंडित अंबर कास स्यो लागा, बूझे बूझन हार सुभागा। और उथों तक पहुंच हो जाती है, पता लग जाता है सारा सिस्टम चलता किवें है। सूरज चंद्रमा धरती आकाश पौन पानी हवा, ये किवें चलते ने, इथों तक भी मनुख नूं भेत आ जाता है, समझ आ जाती है। इसे करके फिर जिहड़ा मनुख परमेश्वर परमात्मा वाले पासे आ जाता है, वो परमात्मा के हुक्म च ही रहना चाहता है, हुक्म च ही चलना चाहता। उन्होंने पता लग गया है भी सब कुछ हुक्म दे विच है। सतगुरु सच्चे पातशाह ने समाप्ति की है 11वीं पौड़ी दी, और फिर वही 2 पंक्तियां रिपीट कीतियां ने जिहड़ियां पिछलियां 3 पौड़ियां च रिपीट होईयां ने। एक चीज़ का ध्यान रखियो, महाराज सच्चे पातशाह जी ਜਿਹੜੀਆਂ 2 पंक्तियां बार-बार इत्थे बत रहे ने, कोई कारण तो है ना। नहीं तो एक बारी कह के भी गल बन जानी सी, 2 बारी भी कह के महाराज बस कर सकते सी, पर 4 बार आखे। एक बार फिर ध्यान नाल सत सुनियो, महाराज जिहड़ी किरपा कर रहे ने, नानक भगता सदा विगास। सतगुरु गुरु नानक साहिब जी महाराज अपने नाम की मोहर लगांदियां होए कहन लगे, भगतां दे मन में सदा ही विगास है, सदा ही खिड़ाओ है, सदा ही आनंद है, सदा ही खुशियां ने। समानार्थ शब्द ने। क्यों है भगतां दे मन विच? सवाल खड़ा हो सकता है भी भगतां दे मन विच ही सदा विगास क्यों है, बाकी दे दुनिया दे विच क्यों नहीं है? सतगुरु कहंदे दा कारण की है? परमेश्वर दा नाम सुनिया उन्होंने, सुनिया दुख पाप का नाश। सुनन दे नाल सारे दुखां ते पापां दा दलिदरां दा नाश हो जाता है। सुनन दा बड़ा बड़ा महत्व है। पर मैं पहला भी बेनती की है भी सुनिया इकाग्रता नाल जावे तां, ते इकाग्रता जिहड़ी है बहुता लंबा समा नहीं रहिंदी। इहदा टाइम 9-10 सैकंड तो बाद इकाग्रता भंग हुंदी है, तुसीं देख लिओ। इस करके ये बहुत औखा हैगा बई अपने मन नूं बार-बार मोड़ के लियाना, जिथे बैठे हो गल सुनी जाए ध्यान नाल। इसे करके तो आप जो कोई लंबा समा सुनाउण लग जाता है, बोरिंग नहीं होण लग जाती। आप कहने बोर होण लग गए जी, हुण बस वो खाने जी नहीं भी, थोड़ा समा जिहड़ा होवे भावें ध्यान नाल सुनिया जाए। इस करके विधान बनया होया, ये सिस्टम बनया होया। सतगुरु सच्चे पातशाह किरपा करन, जिहड़ा सुनन दा महत्व है, सब तो पहली गल सुनना हुंदा है, उस तो बाद ही किसी गल नूं मन्निया जा सकता है। ध्यान नाल पहलां सुनांगे भी कहिया की है, इशारा की है,
गल की आखी है, की करन लई आखिया, कुछ करन नूं आखिया कि कुछ मना कीता, ये सारियां चीज़ां ध्यान नाल सुणांगे। फिर उस तो अगला स्टैप जिहड़ा है, अगली पौड़ी जिहड़ी ओह मन्नण दी है, क्योंकि पौड़ी दर पौड़ी आपां उपर नूं जाना। गुरु साहिब सच्चे पातशाह जिधर कहंदे ने सचखंड वसै निरंकार, इस करके जिहड़ा सी सुणन दी जिहड़ी है महात्म ओह महाराज ने 4 पौड़ियां दे राहीं दर्शाया। किरपा करन सच्चे पातशाह, रहमत करन, जिहड़े इशारे सतगुरु जी ने कीते ने। सुणिया सिद्ध पीर सुरनाथ, देखो एडियां वड्डियां अवस्थावां, और सुणिया ईश्वर वर्मा इंद तक दियां महाराज सच्चे पातशाह ने इशारे कीते ने। सुणिया सत संतो ज्ञान, सुणिया 68 का इशनान, इस तरह के भी महाराज पिछलियां पौड़ियां च इशारे करके आए ने। सो गुरु किरपा करन, रहमत करन। साडे अंदर कोई गुण नहीं है ना जिहदे अंदर, और वह भी मनुख गुणां दा घर बन जाता है जदों कोई गुरु ते परमेश्वर दे नाम वाले पासे आ जाता है। सतगुरु किरपा करन, ये पावन पवित्र उपदेश साडी समझ विच आए। असीं जो भी सुणदे हां, जो भी सुणदे हां, उहनूं हिरदे च वसा के रखना है। ये ना होवे भी इधर दी सुणिया ते इधर दी कढता, ये ना होवे भी इत्थे सुणिया ते आ कड़ाह प्रसादी देग लैण दे नाल सारा कुछ छड्ड के चले गए। जाओ चरण कुंड तो बाहर लैके कुछ नहीं गए, लैके जाना अपने घरां च। सुणिया होईयां ये विचारां, सुणे हुए गुरु दे उपदेश जिन्ने आपां हिरदे च वसावांगे, घरां च लैके जावांगे, उतना ही सानूं जिहड़ा सी आनंद प्राप्त होवेगा, विकास प्राप्त होवेगा, साडे दुखां दलिदरां ते पापां दा नाश होवेगा। इन्नियां क बेनतियां प्रवान करियो जी। धन्नवाद सारी संगत दा। बाणी दी विचार करदिआं होईयां तमाम गलतियां महाराज किरपा करनगे, मुआफ करनगे। आप जी ने अरदास करनी भुल चुक दी खिमा। आओ अंतलियां 2 पंक्तियां पढ़ के आनंद साहब जी के पाठ भी जुड़िए, फतेह दी सांझ पाइए जी। नानक भगता सदा विगास, सुणिया दुख पाप का नास। वाहिगुरु जी का खालसा, वाहिगुरु जी की फतेह।